गुरु का बख्शिया फतेह दा नारा करो बुलंद गज के आखो जी। वाहिगुरू जी का खालसा वाहिगुरू जी की फतेह। सतनाम श्री वाहिगुरू साहिब जीओ। श्री राग महला पंजवा। तिचर वसै सोहिलड़ी जिचर साथी नाल। ज्यां साथी उठ चलिया तां तन खाकूराल। तिचर वसै सोहिलड़ी जिचर साथी नाल। ज्यां साथी उठ चलिया तां तन खाकूराल। मन बैराग भया दर्शन देखण का चाओ। धन सो तेरा थान रहाओ। धन सो तेरा थान रहाओ। वाहिगुरू जी का खालसा वाहिगुरू जी की फतेह। ये पवित्र बचन पंजवें पातशाह शहीदां दे सिरताज हलत पलट के रखियक सर्व कला समर्थ धन धन श्री गुरु अर्जन देव महाराज जी दे उचारण कीते होए हन। दसदे है इस शब्द नूं जपण दा उचारण करन दा कारण जिन्हों असीं उथानका कहने हैं गुरमत विच। उथानका दा मतलब हुंदा है कि किहड़ा शब्द क्यों कित्थे रचिया गया। ये शब्द उदों रचिया गया जिस वेले धन धन साहिब श्री गुरु अर्जन देव महाराज जी ने एक मृतक देह नूं अपने सामने पई देखिया। एक मृतक नूं एक मुर्दे नूं देखिया जद और थोड़े समय दे बाद उस मृतक देह नूं अग दे हवाले कर देना ਜਾਂ ਫਿਰ ਜਿਹੜੇ ਲਾਵਾਰਸ ਮਰ ਜਾਂਦੇ ਆ ਕਈ ਵਾਰੀ ਜੰਗਲਾਂ ਵਿੱਚ ਕਿਸੇ ਕਾਰਨ ਉਹ ਰੁਲਦੇ ਆ ਉਹਨਾਂ ਦੀ ਦੇਹ ਹੀ ਰੁਲਦੀ ਆ ਮਤਲਬ ਸਰੀਰ ਰੁਲ ਜਾਂਦਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਲੜੀ ਦੇ ਸ਼ਬਦਾਂ ਵਿੱਚ ਸਮਝਾ ਰਹੇ ਹਨ ਕਿ ਇਹ ਮਨੁੱਖਾ ਜੀਵਨ ਓਨਾ ਚਿਰ ਹੀ ਕੰਮ ਦਾ ਹੈ ਜਿੰਨਾ ਚਿਰ ਅਸੀਂ ਇਹਦੇ ਵਿੱਚ ਰਹਿੰਦੇ ਹਾਂ। ਓਨਾ ਚਿਰ ਇਸ ਮਨੁੱਖਾ ਸਰੀਰ ਤੋਂ ਬਹੁਤ ਜ਼ਿਆਦਾ ਲਾਹਾ ਖੱਟਿਆ ਜਾ ਸਕਦਾ ਹੈ, ਲਾਭ ਲਿਆ ਜਾ ਸਕਦਾ ਹੈ। ਪਰ ਜਦੋਂ ਇਸ ਨੂੰ ਛੱਡ ਗਏ ਅਸੀਂ ਨਾ ਇਹ ਕਿਸੇ ਦੀ ਕੰਮ ਹੈ ਕਿਸੇ ਦੇ ਕੰਮ ਦੀ ਹੈ ਨਾ ਇਹ ਸਾਡੇ ਕੰਮ ਦੀ ਹੈ। ਰੁਲ ਜਾਣੀ ਆ ਮਿੱਟੀ ਵਿੱਚ ਮਿਲ ਜਾਣੀ ਆ। ਕਿਸੇ ਨੇ ਨੱਪ ਦੇਣੀ ਆ ਕਿਸੇ ਨੇ ਜਲਾ ਦੇਣੀ ਆ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਮ੍ਰਿਤਕ ਸਰੀਰ ਨੂੰ ਦੇਖ ਕਰਕੇ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਦੇ ਹਨ। ਦੇਖੋ ਸਿੱਖੋ ਇਹ ਸਾਡੀ ਮੱਤ ਸਾਡੀ ਬੁੱਧੀ ਜਿਸ ਦੇਹੀ ਨੂੰ ਬੜਾ ਸੁੰਦਰ ਸਮਝਦੀ ਸੀ ਆਪਦਾ ਸਮਝਦੀ ਸੀ ਸਾਥੀ ਸਮਝਦੀ ਸੀ ਇਹ ਸਾਡੀ ਮਨਮਤ ਸੀ।
ਤੇ ਜਦੋਂ ਹੀ ਇਹ ਜੀਵ ਆਤਮਾ ਸਰੀਰ ਨੂੰ ਛੱਡ ਗਿਆ ਤਾਂ ਇਹ ਸਰੀਰ ਦਾ ਕੋਈ ਮੁੱਲ ਨਹੀਂ ਰਿਹਾ। ਸ੍ਰੀ ਰਾਗ ਮਹੱਲਾ ਪੰਜਵਾ। ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ। ਇਹ ਸਰੀਰ ਵੀ ਓਨਾ ਚਿਰ ਸੁਖੀ ਵਸਦਾ ਹੈ ਜਿੰਨਾ ਚਿਰ ਇਹਦਾ ਮਾਲਕ ਇਹਦੇ ਨਾਲ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਇਸ ਦਾ ਜੀਵ ਆਤਮਾ ਇਹਦਾ ਮਾਲਕ ਹੈ ਸਰੀਰ ਦਾ, ਜਿੰਨਾ ਚਿਰ ਇਹ ਸਰੀਰ ਬੋਲਦਾ ਹੈ ਤੇ ਵਿੱਚ ਬੋਲਦਾ ਆਤਮਾ ਹੈ। ਤੇ ਜਦੋਂ ਇਸ ਦਾ ਮਾਲਕ ਦੇਹੀ ਦਾ ਨਿਕਲ ਗਿਆ ਫਿਰ ਦੇਹੀ ਨੂੰ ਕਿਸੇ ਨੇ ਟੱਚ ਵੀ ਨਹੀਂ ਕਰਨਾ। ਹੱਥ ਲਾਉਣ ਤੋਂ ਵੀ ਲੋਕ ਡਰਦੇ ਆ ਕਈ ਥਾਵਾਂ ਤੇ। ਆ ਕਰੋਨਾ ਵੇਲੇ ਬੜੇ ਲੋਕ ਡਰੇ, ਛੱਡੋ ਯਾਰ ਅਸੀਂ ਨਹੀਂ ਸੰਸਕਾਰ ਕਰਨਾ, ਆਪੇ ਕਰਦੇ ਹੋ, ਅਸੀਂ ਕੀ ਕਰਾਉਣਾ ਮੁਰਦੇ ਤੋਂ। ਜਦੋਂ ਜਿਉਂਦਾ ਸੀਗਾ ਚੰਗਾ ਭਲਾ ਸੀ ਤੇ ਗੋਦ 'ਚ ਬਹਿੰਦੇ ਸੀ ਉਸਦੇ। ਮੇਰੇ ਪ੍ਰੀਤਮ ਜੀ ਕਹਿੰਦੇ ਤਿਚਰ ਵਸੇ ਸੁਹੇਲੜੀ ਜਿਚਰ ਸਾਥੀ ਨਾਲ। ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਕੂ ਰਾਲ। ਉਸੇ ਤਰ੍ਹਾਂ ਹੀ ਦੇਹੀ ਦਾ ਜਿਹੜਾ ਮਾਲਕ ਹੈ ਉਹ ਆਤਮਾ ਹੈ ਤੇ ਆਤਮੇ ਦਾ ਮਾਲਕ ਸ਼ਬਦ ਹੈ। ਤੇ ਸ਼ਬਦ ਜਿਹੜਾ ਹੈ ਉਹ ਪਰਮੇਸ਼ਰ ਦਾ ਦੂਸਰਾ ਰੂਪ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅਸੀਂ ਗੁਰੂ ਮੰਨਦੇ ਹਾਂ, ਪਰਮੇਸ਼ਰ ਮੰਨਦੇ ਹਾਂ। ਗੁਰੂ ਸਾਹਿਬ ਨੇ ਦੱਸਿਆ ਸਾਨੂੰ ਵਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ। ਨਿਰੰਕਾਰ ਦੇ ਬਰਾਬਰ ਕੋਈ ਹੋ ਹੀ ਨਹੀਂ ਸਕਦਾ। ਤਾਂ ਤੇ ਸ਼ਬਦ ਜਿਹੜਾ ਹੈ ਉਹ ਸਾਡੀ ਦੇਹੀ ਦਾ ਵੀ ਮਾਲਕ ਹੈ ਤੇ ਸਾਡੀ ਆਤਮਾ ਦਾ ਵੀ ਮਾਲਕ ਹੈ। ਸਾਡੀ ਆਤਮਾ ਵੀ ਤਾਂ ਸੁਖੀ ਵਸੂਗੀ ਜੇ ਇਹ ਆਪਣੇ ਸ਼ਬਦ ਰੂਪੀ ਮਾਲਕ ਨਾਲ ਜੁੜੀ ਰਹੂਗੀ। ਨਹੀਂ ਤਾਂ ਫਿਰ ਬਹੁਤ ਦੁਨੀਆ ਧਰਤੀ ਤੇ ਰੁਲਦੀ ਫਿਰਦੀ ਆਪਾਂ ਦੇਖ ਰਹੇ ਹਾਂ ਮਾਲਕ ਨੂੰ ਛੱਡ ਕੇ ਜੋ ਭਟਕ ਰਹੇ ਹਨ ਮਾਇਆ ਦੇ ਚੱਕਰਾਂ ਵਿੱਚ ਜਾਂ ਕਿਸੇ ਹੋਰ ਕਾਰਨ। ਸ਼ਬਦ ਨਾਲ ਜੁੜ ਕੇ ਹੀ ਸੁੱਖ ਹੈ। ਉਹ ਪ੍ਰੇਮੇ ਕੋੜੀ ਦੇ ਕੋਲ ਬੈਠ ਕਰਕੇ ਜਦ ਮੇਰੇ ਪ੍ਰੀਤਮ ਧੰਨ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਜੈ ਧਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ, ਤੇ ਉਸ ਵੇਲੇ ਉਸ ਨੂੰ ਕੁਝ ਸ਼ਾਂਤੀ ਆਈ। ਜੈ ਧਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ। ਜਿਨ ਕੰਨ ਕੀਤੇ ਅੱਖੀਂ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ। ਵਾਜੈ ਪਵਨ ਹਵਾ, ਹਵਾ ਨਾਲ ਬੋਲਦਾ। ਵਾਜੈ ਪਵਨ ਆਖੈ ਸਭ ਜਾਏ। ਉਸ ਮਾਲਕ ਨੂੰ ਛੱਡ ਕੇ ਜੇਤਾ ਮੋਹ ਪ੍ਰੀਤ ਸਵਾਦ। ਜਿੰਨਾ ਦੁਨੀਆ ਨਾਲ ਮੋਹ ਕਰਨਾ, ਸਵਾਦਾਂ ਨਾਲ ਪਿਆਰ ਕਰਨਾ, ਸਭਾ ਕਾਲਖ ਦਾਗਾ ਦਾਗ। ਇਹ ਸਭ ਕੁਝ ਦੁਖਦਾਈ ਹੈ। ਕਾਲਸ ਹੈ, ਵਿਕਾਰ ਹੈ, ਦੁੱਖ ਦੇਣ ਵਾਲਾ ਹੈ, ਦਾਗ ਲਾਉਣ ਵਾਲਾ ਹੈ ਜੇ ਤੂੰ ਮਾਲਕ ਨੂੰ ਯਾਦ ਨਹੀਂ ਕਰਦਾ। ਤਾਂ ਇੱਥੇ ਉਦਾਹਰਨ ਦਿੰਦੇ ਹਨ ਇੱਕ ਇਸਤਰੀ ਦੀ, ਜੀਵ ਇਸਤਰੀ ਨੂੰ ਸਮਝਾਉਣ ਵਾਸਤੇ, ਕਿਉਂਕਿ ਇਸਤਰੀ ਵੈਸੇ ਅਸੀਂ ਸਾਰੇ ਹੀ ਹਾਂ। ਇਹ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ। ਆਤਮਾ ਕਰਕੇ ਆਪਾਂ ਸਾਰੇ ਇਸਤਰੀਆਂ ਹਾਂ ਤੇ ਸਾਡਾ ਮਾਲਕ ਹੈ ਪਰਮੇਸ਼ਰ ਸ਼ਬਦ ਗੁਰੂ। ਗੁਰੂ ਜਿਵੇਂ ਨਰ ਮਾਦਾ ਦੇ ਰੂਪ 'ਚ ਜਿਹੜੀ ਮਾਦਾ ਭਾਵ ਇਸਤਰੀ ਹੈ ਇਹਦਾ ਮਾਲਕ ਹੈ ਪਤੀ ਪਰਮੇਸ਼ਰ ਮਨੁੱਖ। ਜਿੰਨਾ ਚਿਰ ਇਸਤਰੀ ਦੇ ਨਾਲ ਉਹਦਾ ਪਤੀ ਜਿਉਂਦਾ ਜਾਗਦਾ ਸਹੀ ਸਲਾਮਤ ਹੈ, ਕੋਈ ਉਹਦੇ ਕੰਨੀ ਅੱਖ ਕਰਕੇ ਨਹੀਂ ਝਾਕ ਸਕਦਾ। ਤੇ ਜਦੋਂ ਉਹਦੇ ਸਿਰ ਦਾ ਸਾਈਂ ਉੱਠ ਜਾਵੇ, ਚਲਿਆ ਜਾਵੇ ਤੇ ਦੁਨੀਆ ਤਰ੍ਹਾਂ ਤਰ੍ਹਾਂ ਦੇ ਨਾਲ ਗਲਤ ਸੋਚਦੀ ਆ। ਕੋ ਸਤਨਾਮ ਸ੍ਰੀ। ਇਹ ਬਚਨ ਪ੍ਰੀਤਮ ਲਿਖਦੇ ਹਨ ਕਿਰਤ ਕਰਮ ਕੇ ਵਿਛੜੇ 12 ਮਾਹਾਂ ਦਾ ਪਹਿਲਾ ਸ਼ਬਦ।
किरत कर्म के बिछड़े कर कृपा मेलो राम। चार कुंट दह दिस भर में थक आए प्रभ की साम। ਢੇਡ ਦੁੱਧ ਤੇ ਬਾਹਰੀ ਕਿਤੇ ਨ ਆਵੇ ਕਾਮ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਇੱਥੇ ਅਗਲੀ ਪੰਕਤੀ ਹੈ, ਹਰ ਨਾਹਾ ਨ ਮਿਲੀਐ ਸਾਜਣੈ। ਨਾਹਾ ਕਹਿੰਦੇ ਆ ਜੀਵ ਇਸਤਰੀ ਨੂੰ, ਇਸਤਰੀ ਨੂੰ। ਹਰ ਨਾਹਾ ਨ ਮਿਲੀਐ ਸਾਜਣੈ ਕਤ ਪਾਈਐ ਵਿਸ਼ਰਾਮ। ਸਰਬ ਸਿਗਾਰ ਤੰਬੋਲ ਰਸ। ਜਦ ਉਸ ਦਾ ਪਤੀ ਸਿਰ ਤੇ ਨਾ ਹੋਵੇ ਤੇ ਉਹਦੇ ਵਾਸਤੇ ਸਾਰੇ ਰਸ ਜ਼ਿੰਦਗੀ ਦੇ, ਸਾਰੇ ਸ਼ਿੰਗਾਰ ਮਿੱਟੀ ਹੈ। ਸਰਬ ਸਿੰਗਾਰ ਤੰਬੋਲ ਰਸ ਸਨ ਦੇਹੀ। ਉਹਨੂੰ ਇਉਂ ਲੱਗਦਾ ਕਿ ਮੈਂ ਵੀ ਮਰ ਜਾਵਾਂ, ਇਹ ਦੇਹੀ ਤੋਂ ਕਰਾਉਣਾ ਕੀ ਹੈ, ਮੇਰਾ ਮਾਲਕ ਮੇਰੇ ਨਾਲ ਨਹੀਂ ਹੈ। ਕਹੋ ਸਤਨਾਮ ਸ੍ਰੀ। ਚੰਗਾ ਨਹੀਂ ਲੱਗਦਾ ਕੁਝ। ਸੁਹਾਗਣਾ ਇਸਤਰੀਆਂ ਦੀ ਗੱਲ ਹੈ, ਦੂਜੀਆਂ ਦਾ ਕਿਆ ਕਹਿਣਾ। ਸਰਬ ਸਿਗਾਰ ਤੰਬੋਲ ਰਸ ਸਨ ਦੇਹੀ ਸਭ ਖਾਮ। ਸਮੇਤ ਦੇਹੀ ਸਭ ਮਿੱਟੀ ਆ ਉਹਦੇ ਵਾਸਤੇ। ਇਸੇ ਤਰ੍ਹਾਂ ਸਾਡੀ ਦੇਹੀ ਜਿਹੜੀ ਹੈ, ਜਦੋਂ ਇਹ ਚੋਂ ਆਤਮਾ ਨਿਕਲ ਗਈ, ਇਹਦੇ ਵਾਸਤੇ ਸਭ ਕੁਝ ਮਿੱਟੀ ਆ। ਤੇ ਜਿੰਨਾ ਚਿਰ ਆਤਮਾ ਸ਼ਬਦ ਨਾਲ ਨਹੀਂ ਜੁੜਦੀ, ਇਹ ਓਨਾ ਚਿਰ ਸਭ ਮਿੱਟੀ ਨਾਲ ਜੁੜੀ ਹੋਈ ਆ। ਧੀਆਂ ਪੁੱਤਰਾਂ, ਸੰਪਤੀ, ਕੋਠੀਆਂ, ਕਾਰਾਂ, ਗੱਡੀਆਂ, ਇਹ ਸਭ ਮਿੱਟੀ ਹੈ ਇਹਦੇ ਵਾਸਤੇ। ਕੇਵਲ ਤੇ ਕੇਵਲ ਇਹਦਾ ਮਾਲਕ ਸ਼ਬਦ ਹੈ। ਇਸੇ ਸ਼ਬਦ ਨੂੰ ਇੱਕ ਹੋਰ ਸ਼ਬਦ ਨਾਲ ਸਮਝ ਲਈਏ, ਕਾਇਆ ਕਾਮਨ ਸਦਾ ਸੁਹੇਲੀ ਪਿਰ ਵਸੈ ਜਿਸ ਨਾਲੇ। ਇਹ ਕਾਇਆ ਸੁਖੀ ਵਸੂਗੀ ਜਿੰਨਾ ਚਿਰ ਵਿੱਚ ਆਤਮਾ ਹੈ, ਬੋਲਦੀ ਆ। ਕਾਮਨ ਇਸਤਰੀ ਸੁਖੀ ਵਸੂਗੀ ਜਿੰਨਾ ਚਿਰ ਆਪਣੇ ਮਾਲਕ ਦੇ ਨਾਲ ਜੁੜੀ ਹੋਈ ਆ। ਮਾਲਕ ਦੇ ਨਾਲ ਹੈ, ਮਾਲਕ ਇਹਦੇ ਨਾਲ ਹੈ, ਇਹ ਮਾਲਕ ਦੇ ਨਾਲ ਹੈ। ਕਾਇਆ ਕਾਮਨ ਸਦਾ ਸੁਹੇਲੀ ਪਿਰ ਵਸੈ ਜਿਸ ਨਾਲੇ। ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ। ਉਹ ਪਤੀ ਕਰਕੇ ਸੁਹਾਗਣ ਹੈ ਤੇ ਇਹ ਆਤਮਾ ਜਿਹੜੀ ਹੈ ਸ਼ਬਦ ਕਰਕੇ ਸੁਹਾਗਣ ਹੈ। ਜੇ ਗੁਰੂ ਵਾਲਾ ਨਹੀਂ ਬਣਦਾ, ਇਹ ਵੀ ਦੁਹਾਗਣ ਹੈ। ਕਹੋ ਸਤਨਾਮ ਸ੍ਰੀ। ਆਪਾਂ ਸਾਰੇ ਜਿਹੜਾ ਸ਼ਬਦ ਨਾਲ ਨਹੀਂ ਜੁੜਦਾ, ਉਹਦੀ ਜੀਵਨ ਜਿਹੜਾ ਦੁਹਾਗਣਾ ਵਰਗਾ ਹੈ। ਜਿਹੜਾ ਗੁਰੂ ਵਾਲਾ ਬਣ ਕੇ ਗੁਰਬਾਣੀ ਨਾਲ ਜੁੜਦਾ, ਸ਼ਬਦ ਨਾਲ ਜੁੜਦਾ, ਉਹਦਾ ਜੀਵਨ ਸਚਿਆਰੀਆਂ ਵਰਗਾ, ਸੁਹਾਗਣਾ ਵਰਗਾ। ਸਚਿਆਰੀ ਕੀ ਹੁੰਦੀ ਹੈ? ਕਿਵ ਸਚਿਆਰਾ ਹੋਈ ਹੈ, ਜਿਹੜਾ ਸੱਚ ਨਾਲ ਜੁੜਿਆ ਹੋਇਆ, ਉਹ ਸੱਚ ਵਾਲਾ ਹੈ। ਸਚਿਆਰੀ ਜਿਹੜੀ ਸੁਹਾਗਣ ਇਸਤਰੀ ਮਾਲਕ ਤੇ ਡਿਪੈਂਡ ਹੈ, ਮਾਲਕ ਨਾਲ ਜੁੜੀ ਹੈ, ਮਾਲਕ ਦੇ ਨਾਲ ਕੋਈ ਫਰਕ ਨਹੀਂ ਉਹਦੇ ਅੰਦਰ, ਮਾਲਕ ਤੋਂ ਕੋਈ ਓਹਲਾ ਨਹੀਂ, ਮਾਲਕ ਤੋਂ ਕੋਈ ਚੋਰੀ ਨਹੀਂ, ਉਹ ਸਚਿਆਰੀ ਹੈ ਜਿਹੜੀ ਮਾਲਕ ਨਾਲ ਸੱਚ ਬੋਲਦੀ ਆ। ਕਹੋ ਸਤਨਾਮ ਸ੍ਰੀ। ਪਿੰਡਾਂ ਦੇ ਵਿੱਚ ਪੁਰਾਣੀਆਂ ਬਜ਼ੁਰਗ ਮਾਈਆਂ ਕਈ ਨਵੀਆਂ ਬਹੂਆਂ ਨੂੰ ਕਹਿੰਦੀਆਂ ਸੀ ਤਾਂ ਬੜੀ ਸਚਿਆਰੀ ਹੈ। ਉਹ ਕਹਿੰਦੀਆਂ ਸੀ ਕਿ ਸੱਚ ਵੀ ਬੋਲਦੀ ਹੈ ਤੇ ਕੰਮ ਵੀ ਸਾਰੇ ਜਾਣਦੀ ਹੈ। ਕਹੋ ਸਤਨਾਮ ਸ੍ਰੀ। ਖੈਰ ਪ੍ਰੀਤਮ ਜੀ ਕਹਿੰਦੇ ਅਸੀਂ ਤਾਂ ਸੁਖੀ ਵਸ ਸਕਦੇ ਹਾਂ ਜੇ ਅਸੀਂ ਸ਼ਬਦ ਨਾਲ ਜੁੜੀਏ। ਸਾਡੀ ਆਤਮਾ ਨੂੰ ਸੁੱਖ ਮਿਲੂਗਾ, ਆਤਮਕ ਆਨੰਦ ਮਿਲੂਗਾ ਸ਼ਬਦ ਨਾਲ ਜੁੜ ਕੇ। ਜਿਹੜੇ ਸ਼ਬਦ ਨਾਲ ਜੁੜੇ ਸੀ ਉਹਨਾਂ ਦੀਆਂ ਖੋਪਰੀਆਂ ਲੈ ਗਈਆਂ, ਪਰ ਉਹਨਾਂ ਦੇ ਆਨੰਦ ਨੂੰ ਕੋਈ ਖਤਮ ਨਹੀਂ ਕਰ ਸਕਿਆ। ਕੋ ਸਤਨਾਮ ਸ੍ਰੀ। ਬੰਦ ਕੱਟ ਦਿੱਤੇ, ਆਪਣੇ ਸਰੀਰ ਦੇ ਆਪ ਬੰਦ ਕਟਵਾ ਰਹੇ ਹੈ ਤੇ ਨਾਲੇ ਹੱਸ ਰਹੇ ਹੈ। ਭਾਈ ਸਾਹਿਬ ਭਾਈ ਮਣੀ ਸਿੰਘ ਜੀ ਔਰ ਜਲਾਦ ਗੁੱਟ ਵੱਢਣ ਲੱਗੇ ਹੈ ਤੇ ਉਹ ਕਹਿੰਦਾ ਇੱਥੋਂ ਸ਼ੁਰੂ ਕਰ, ਭੋਰਾ ਕੱਟ ਇਹਨੂੰ, ਜਿੰਨਾ ਹੁਕਮ ਹੈ ਤੈਨੂੰ ਉਵੇਂ ਕੱਟਣਾ। ਮੈਂ ਨਹੀਂ ਡਰਦਾ, ਤੂੰ ਕਿਉਂ ਡਰੀ ਜਾਂਦਾ? ਜਲਾਦ ਕੰਬੀ ਜਾਂਦਾ, ਕੱਟਣ ਵਾਲਾ, ਕਟਾਉਣ ਵਾਲਾ ਹੱਸੀ ਜਾਂਦਾ। ਮਤਲਬ ਆਤਮਾ ਜਿਸ ਨੂੰ ਦੁੱਖ ਹੋਣਾ ਸੀ ਉਹ ਸ਼ਬਦ ਨਾਲ ਜੁੜੀ ਹੋਈ ਸੀ। ਕਹੋ ਸਤਨਾਮ ਸ੍ਰੀ। ਆਪਣੇ ਸਾਹਮਣੇ ਆਪਣੇ ਸਰੀਰ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੋਇਆ ਕਟਾ ਰਿਹਾ। ਫਿਰ ਇੰਨਾ ਉਹਨਾਂ ਨੇ ਜਿਗਰਾ ਕਿੱਥੋਂ ਲੈ ਲਿਆ? ਉਹਨਾਂ ਦਾ ਮਾਲਕ ਨਾਲ ਸੀ, ਪਤਾ ਸੀ ਕਿ ਇਹ ਤਾਂ ਛੱਡਣਾ ਹੀ ਹੈ, ਚਾਹੇ ਟੋਟੇ ਕਰੋ ਤੇ ਚਾਹੇ ਅਗਨ ਬਚਾਓ। ਉਹਨਾਂ ਨੇ ਜਿਉਂਦੇ ਜੀ ਇਸ ਨੂੰ ਛੱਡ ਦਿੱਤਾ, ਇਹਦੇ ਨਾਲੋਂ ਨਾਤਾ ਹੀ ਤੋੜ ਲਿਆ, ਕਨੈਕਟ ਹੀ ਕੱਟ ਲਿਆ। ਜਿਸ ਤਰ੍ਹਾਂ ਆ ਸਾਰੀਆਂ ਸੁੱਚਾਂ ਦਰਖਤ ਬਲਬਾਂ ਦੀਆਂ, ਪੱਖਿਆਂ ਦੀਆਂ ਅਸੀਂ ਕੱਲੀ ਕੱਟੀਏ, ਉੱਥੋਂ ਮੇਨ ਸੁੱਚ ਕੱਟ ਦਈਏ, ਸਾਰੀਆਂ ਕੱਟੀਆਂ ਗਈਆਂ।
ਜਿਹੜਾ ਇਹਦੇ ਨਾਲੋਂ ਕੱਟਿਆ ਗਿਆ ਸਰੀਰ ਨਾਲੋਂ, ਭਾਵ ਆਪਣੀ ਸੁਰਤ ਨੂੰ ਉੱਚਾ ਚੱਕ ਲਿਆ ਜਿਹਨੇ, ਜਿਹੜਾ ਸਰੀਰ ਦੇ ਸਵਾਦਾਂ ਨਾਲ ਨਹੀਂ ਜੁੜਿਆ, ਜਿਹੜਾ ਸਰੀਰ ਦੇ ਮੋਹ ਮਮਤਾ ਨਾਲ ਨਹੀਂ ਜੁੜਿਆ, ਜਿਹੜਾ ਇਹਦੇ ਨਾਲੋਂ ਕੱਟਿਆ ਗਿਆ ਨਾ, ਉਹ ਆਟੋਮੈਟਿਕ ਕੋਠੀਆਂ ਕਾਰਾਂ ਧੀਆਂ ਪੁੱਤਰਾਂ ਸਭ ਨਾਲੋਂ ਕੱਟਿਆ ਗਿਆ। ਕੋ ਸਤਨਾਮ ਸ੍ਰੀ, ਕਿਸੇ ਦਾ ਮੋਹ ਨਹੀਂ ਰਿਹਾ। ਜਦੋਂ ਆਪਣੇ ਆਪ ਦਾ ਹੀ ਮੋਹ ਨਹੀਂ, ਫਿਰ ਕਿਸੇ ਦਾ ਕੀ ਮੋਹ ਰਹਿ ਗਿਆ। ਕੋ ਸਤਨਾਮ ਸ੍ਰੀ। ਤਾਂ ਤੇ ਪ੍ਰੀਤਮ ਜੀ ਕਹਿੰਦੇ ਇਹ ਜੀਵ ਆਤਮਾ ਤਾਂ ਹੀ ਸੁਖੀ ਹੈ ਜਿੰਨਾ ਚਿਰ ਇਹਦਾ ਸਾਥੀ ਨਾਲ ਹੈ। ਕੁਝ ਸਮੇਂ ਵਾਸਤੇ ਆਤਮੇ ਨੂੰ ਸਾਥੀ ਸਰੀਰ ਮਿਲਿਆ, ਸਰੀਰ ਤੇ ਆਤਮਾ ਇੱਕ ਦੂਜੇ ਦੇ ਸਾਥੀ ਹੈ। ਦੇਹੀ ਵੀ ਓਨਾ ਚਿਰ ਸੁਖੀ ਹੈ ਜਿੰਨਾ ਚਿਰ ਵਿੱਚ ਆਤਮਾ ਹੈ। ਅੱਗੇ ਚੱਲ ਕੇ ਆਤਮਾ ਤਾਂ ਸੁਖੀ ਹੈ ਜੇ ਸ਼ਬਦ ਨਾਲ ਜੁੜਦੀ ਹੈ। ਜਾਂ ਸਾਥੀ ਉੱਠ ਚੱਲਿਆ, ਜਦੋਂ ਇਹਦੇ ਵਿੱਚੋਂ ਸ਼ਬਦ ਨਿਕਲ ਗਿਆ, ਜਦੋਂ ਇਹ ਸ਼ਬਦ ਨੂੰ ਛੱਡ ਗਿਆ ਤਾਂ ਧਨ ਖਾਕੂ ਰਾਲ। ਉਦਾਹਰਨ ਸਾਹਮਣੇ ਆ ਤੁਹਾਡੇ। ਸੱਤਾ ਬਲਵੰਡਾ ਰਾਗੀ ਜਿੰਨਾ ਚਿਰ ਸ਼ਬਦ ਨਾਲ ਜੁੜੇ ਸੀ, ਕੀਰਤਨ ਕਰਦੇ ਸੀ, ਗੁਰੂ ਦੀ ਗੱਲ ਮੁਤਾਬਕ ਚੱਲਦੇ ਸੀ, ਤਾਂ ਸੁਖੀ ਸੀ, ਆਤਮਿਕ ਆਨੰਦ ਸੀ। ਪਰ ਐਸਾ ਕੁਦਰਤ ਨੇ ਚੱਕਰ ਚਲਾਇਆ ਕਿ ਉਹਨਾਂ ਦੇ ਘਰ ਲੜਕੀ ਦੀ ਸ਼ਾਦੀ ਆ ਗਈ, ਔਰ ਸ਼ਾਦੀ ਕਰਨ ਵਾਸਤੇ ਮਾਇਆ ਦੀ ਲੋੜ ਪਈ। ਤੇ ਪਾਤਸ਼ਾਹ ਜੀ ਨੂੰ ਕਹਿੰਦੇ ਜੀ ਸਾਨੂੰ ਮਾਇਆ ਚਾਹੀਦੀ, ਅਸੀਂ ਲੜਕੀ ਦਾ ਵਿਆਹ ਕਰਨਾ। ਪਾਤਸ਼ਾਹ ਨੇ ਕਿਹਾ ਸਹਿਜ ਸੁਭਾਅ ਕੋਈ ਗੱਲ ਨਹੀਂ, ਵਿਆਹ ਹੋ ਜਾਊਗਾ, ਫਿਕਰ ਨਾ ਕਰੋ, ਮੈਂ ਆਪੇ ਕਰੂੰਗਾ, ਤੁਸੀਂ ਕੀਰਤਨ ਕਰਿਆ ਕਰੋ। ਨਹੀਂ ਨਹੀਂ ਮਹਾਰਾਜ ਪੈਸੇ ਚਾਹੀਦੇ, ਅਸੀਂ ਸੌਦਾ ਖਰੀਦਣਾ। ਕਹਿੰਦੇ ਕੋਈ ਗੱਲ ਨਹੀਂ, ਜਿੰਨੇ ਮਰਜ਼ੀ ਲੈ ਲਿਓ। ਆਪਦੀ ਮੱਤ ਨਾਲ ਹੀ ਕਹਿੰਦੇ ਇੱਕ ਦਿਨ ਦਾ ਚੜਾਵਾ ਦੇ ਦਿਓ। ਕਹਿੰਦੇ ਲੈ ਜਿਓ, ਕੋਈ ਗੱਲ ਨਹੀਂ। ਹੁਣ ਉਹਨਾਂ ਨੇ ਸੋਚਿਆ ਵੀ ਚੜਾਵਾ ਕਾਫੀ ਚੜ੍ਹਦਾ ਹੈ, ਤੇ ਕੁਦਰਤ ਦੀ ਨੇਤ ਐਸੀ ਹੋਈ, ਕਿਉਂਕਿ ਆਪੋ ਆਪਣੇ ਕਰਮਾਂ ਦਾ ਫਲ ਹੈ ਨਾ। ਅੱਜ ਦਾ ਚੜਾਵਾ ਸੱਤੇ ਬਲਵੰਡੇ ਕਾ ਸੀਗਾ, ਉਹਨਾਂ ਦੇ ਭਾਗਾਂ 'ਚ ਜੋ ਸੀਗਾ ਉਹ 20 ਰੁਪਈਏ ਮੱਥਾ ਟੇਕਿਆ ਸੰਗਤ ਨੇ। ਕਹੋ ਸਤਨਾਮ ਸ੍ਰੀ। ਔਰ ਉਹਨਾਂ ਨੇ ਸੋਚਿਆ ਆਪਦੀ ਮੱਤ ਨਾਲ ਹੀ, ਮਨ ਮੱਤ ਨਾਲ ਹੀ ਸੋਚਿਆ ਵੀ ਸ਼ਾਇਦ ਗੁਰੂ ਸਾਹਿਬ ਨੇ ਸੰਗਤ ਨੂੰ ਕਹਿਤਾ ਵੀ ਅੱਜ ਵਾਲੇ ਪੈਸੇ ਭਾਈ ਸੱਤੇ ਹੋਰਾਂ ਦੇ ਆ ਤੇ ਤੁਸੀਂ ਮੱਥਾ ਹੀ ਨਾ ਟੇਕਿਓ ਅੱਜ। ਕਹੋ ਸਤਨਾਮ ਸ੍ਰੀ। ਕਰਮਾਂ ਦਾ ਫਲ ਹੈ। ਤੁਸੀਂ ਲੰਗਰ 'ਚ ਬੈਠੇ ਪ੍ਰਸ਼ਾਦਾ ਛਕਦੇ ਹੋ, ਲੰਗਰ ਵਰਤਾ ਰਿਹਾ ਲਗਾਤਾਰ। ਲੰਗਰ ਵਰਤਾਉਂਦਿਆਂ ਹੋਇਆਂ ਪ੍ਰਸ਼ਾਦਾ ਲੜੀਵਾਰੋਂ ਦੇ ਰਿਹਾ ਹੈ। ਹੁਣ ਜਿਹਦੇ ਕਰਮਾਂ 'ਚ ਮੱਛਿਆ ਹੋਣਾ ਤੇ ਉਹਨੂੰ ਮੱਛਿਆ ਹੀ ਮਿਲਣਾ। ਹੋ ਸਕਦਾ ਉਸ ਤੋਂ ਪਹਿਲੇ ਨੂੰ ਵਧੀਆ ਮਿਲ ਗਿਆ ਹੋਵੇ ਤੇ ਮੈਨੂੰ ਮਾੜਾ ਮਿਲ ਗਿਆ ਹੋਵੇ, ਭਾਵ ਮੱਛਿਆ ਹੋਇਆ ਮਿਲ ਗਿਆ ਹੋਵੇ। ਮਾੜਾ ਤਾਂ ਨਹੀਂ ਹੈ, ਪਰ ਮੇਰੇ ਕਰਮਾਂ ਦਾ ਫਲ ਹੀ ਸ਼ਾਇਦ ਉਹੀ ਹੋ ਸਕਦਾ, ਕਿਉਂਕਿ ਦਾਣੇ ਦਾਣੇ ਤੇ ਮੋਹਰ ਆ। ਨੱਕ ਨੱਥ ਖਸਮ ਹੱਥ, ਕਿਤ ਧੱਕੇ ਦੇ ਜਾਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਹੈ। ਮੇਰੇ ਕਰਮਾਂ 'ਚ ਉਹੀ ਰੋਟੀ ਹੋਣੀ ਆ ਜਿਹੜੀ ਮੈਨੂੰ ਮਿਲੀ ਆ, ਲੜੀਵਾਰ ਵਰਤਾਉਂਦੇ ਆ। ਕਹੋ ਸਤਨਾਮ ਸ੍ਰੀ। ਤਾਂ ਉਹਨਾਂ ਨੂੰ 20 ਰੁਪਈਏ ਦੇ ਮੱਥਾ ਟੇਕਿਆ ਉਸ ਦਿਨ ਸੰਗਤ ਨੇ ਕੁਦਰਤੀ। ਇੱਕ ਉਹਨਾਂ ਦਾ ਧਿਆਨ ਨਾਲ ਜੁੜਿਆ ਕੀਰਤਨ ਵਿੱਚ। ਅੱਗੇ ਵਧੀਆ ਕੀਰਤਨ ਕਰਦੇ, ਸੰਗਤ ਨੂੰ ਵੀ ਬੜਾ ਆਨੰਦ ਆਉਂਦਾ, ਸੰਗਤ ਵੀ ਡੁੱਬ ਜਾਂਦੀ ਸ਼ਬਦ ਵਿੱਚ। ਅੱਜ ਉਹਨਾਂ ਦਾ ਧਿਆਨ ਸਾਰਾ ਚੜਾਵੇ ਤੇ ਸੀਗਾ ਤੇ ਸ਼ਬਦ ਵਿੱਚ ਧਿਆਨ ਨਾਲ ਜੁੜਿਆ। ਕਹੋ ਸਤਨਾਮ ਸ੍ਰੀ। ਪਾਤਸ਼ਾਹ ਕਹਿੰਦੇ ਲੈ ਜਾਓ, ਤੇ ਉਹ ਗੁੱਸੇ ਹੋ ਗਏ। ਕੀਰਤਨ ਬੰਦ ਕਰ ਦਿੱਤਾ, ਕੀਰਤਨ ਛੱਡ ਗਏ, ਗੁਰੂ ਘਰ ਨਹੀਂ ਆਏ। ਪਾਤਸ਼ਾਹ ਨੇ ਸਿੰਘ ਭੇਜੇ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਗਏ ਬੁਲਾਉਣ ਵਾਸਤੇ, ਨਹੀਂ ਆਏ। ਪਾਤਸ਼ਾਹ ਆਪ ਵੀ ਗਏ, ਨਹੀਂ ਆਏ। ਸ਼ਬਦ ਨੂੰ ਛੱਡ ਗਏ। ਜਦ ਸ਼ਬਦ ਨਾਲੋਂ ਟੁੱਟ ਗਏ ਤਾਂ ਉਹੀ ਸਰੀਰ ਉਹਨਾਂ ਦੇ ਫਿੱਟ ਗਏ, ਕੋੜ ਹੋ ਗਿਆ। ਕਹੋ ਸਤਨਾਮ ਸ੍ਰੀ। ਤਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ। ਇੱਥੇ ਕੇਵਲ ਇਸਤਰੀ ਤੇ ਪਤੀ ਦੀ ਗੱਲ ਨਹੀਂ ਹੈ, ਇੱਥੇ ਗੱਲ ਹੈ ਗੁਰੂ ਪਿਆਰਿਓ ਸ਼ਬਦ ਤੇ ਆਤਮਾ ਦੀ। ਸਾਡੀ ਆਤਮਕ ਆਨੰਦ ਵੀ ਸ਼ਬਦ ਨਾਲ ਜੁੜ ਕੇ ਆਊਗਾ। ਜੇ ਸ਼ਬਦ ਨਾਲ ਟੁੱਟ ਗਏ ਤੇ ਫਿਰ ਭਾਵੇਂ ਘਰੇ 36 ਪ੍ਰਕਾਰ ਦੇ ਭੋਜਨ ਪਏ ਹੋਣ, ਸ਼ਿੰਗਾਰ ਦਾ ਸਾਰਾ ਸਮਾਨ ਹੋਵੇ, ਜੇ ਸ਼ਬਦ ਨਾਲ ਨਹੀਂ, ਮਾਲਕ ਨਾਲ ਨਹੀਂ, ਸਭ ਕੁਝ ਮਿੱਟੀ ਹੈ। ਕਹੋ ਸਤਨਾਮ ਸ੍ਰੀ। ਸਰਬ ਸਿੰਗਾਰ ਤਮੋਲ ਰਸ, ਸਣ ਦੇਹੀ ਸਭ ਖਾਮ, ਹਰ ਨਾਹ ਨ ਮਿਲੀਐ ਸਾਜਨੈ, ਕਤ ਪਾਈਐ ਵਿਸ਼ਰਾਮ। ਫਿਰ ਇਸ ਕਰਕੇ ਉਸ ਨੂੰ ਸਭ ਕੁਝ ਮਿੱਟੀ ਲੱਗਦਾ, ਦੁਖਦਾਈ ਹੋ ਜਾਂਦਾ।
ਸ਼ੂਗਰ ਵਾਲੇ ਨੂੰ ਮਿੱਠੀਆਂ ਚੀਜ਼ਾਂ ਜ਼ਹਿਰ ਲੱਗਦੀਆਂ, ਕਹੋ ਸਤਨਾਮ, ਕਿਉਂਕਿ ਜ਼ਹਿਰ ਬਣਾ ਰਹੀਆਂ ਆਟੋਮੈਟਿਕ ਅੰਦਰ ਜਾ ਕੇ। ਦੀਵਾਲੀ ਆ ਗਈ, ਅਸੀਂ ਬਹੁਤ ਸਾਰੀਆਂ ਮਠਿਆਈਆਂ ਖਰੀਦਣ ਜਾਵਾਂਗੇ। ਮਾਇਆ ਦੇ ਲਾਲਚੀਆਂ ਨੇ ਉਹਨਾਂ ਮਠਿਆਈਆਂ ਦੇ ਵਿੱਚ ਜ਼ਹਿਰ ਪਾ ਕੇ ਰੱਖਿਆ ਹੋਊਗਾ, ਕਹੋ ਸਤਨਾਮ। ਭਾਵ ਡੁਪਲੀਕੇਟ ਬਣਾਈਆਂ ਹੋਣਗੀਆਂ, ਓਰੀਜਨਲ ਨਹੀਂ ਬਣਾਈਆਂ ਹੋਣਗੀਆਂ। ਉਹਨਾਂ ਨੇ ਮਾਇਆ ਇਕੱਠੀ ਕਰਨੀ ਹੈ। ਅਸੀਂ ਉਸ ਮਠਿਆਈ ਨੂੰ ਮਿੱਠਾ ਕਰਕੇ ਖਾਵਾਂਗੇ, ਪਰ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਅੰਦਰ ਜਾ ਕੇ ਨੁਕਸਾਨ ਕਰਨਗੀਆਂ। ਤਾਂ ਤੇ ਸਾਦਾ ਭੋਜਨ ਕਿੰਨਾ ਵਧੀਆ। ਫਰੀਦਾ ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਹੀ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਜਿਹੜੀਆਂ ਸਵਾਦਾਂ ਨੂੰ ਵੇਖਦਾ ਤੂੰ ਚੰਗਾ ਸਮਝਦਾ, ਇਹ ਜ਼ਹਿਰ ਦੀਆਂ ਗੰਦਲਾਂ ਉੱਤੇ ਖੰਡ ਚੜਾ ਕੇ ਰੱਖੀਆਂ ਹੋਈਆਂ ਤੇਰੇ ਵਾਸਤੇ। ਮਾਇਆ ਨੇ, ਕਾਲ ਨੇ, ਬੰਦੇ ਨੂੰ ਫਸਾਉਣ ਵਾਸਤੇ। ਫਰੀਦਾ ਇਹ ਵਿਸ ਗੰਦਲਾਂ, ਇਹ ਸੰਸਾਰ ਦੀ ਮੋਹ ਮਮਤਾ, ਸੰਸਾਰ ਦੇ ਭੋਗ, ਸੰਸਾਰ ਦੇ ਰਸ। ਅੱਜ ਕੱਲ੍ਹ ਤਾਂ ਖਾਣੇ ਬਹੁਤ ਹੀ ਹੋਰ ਹਿਸਾਬ ਦੇ ਹੋ ਗਏ। ਪਹਿਲਾਂ ਇਦੋਂ ਸਾਦੇ ਖਾਣੇ ਹੁੰਦੇ ਸੀ। ਆਹ ਦੀਵਾਲੀ ਤੇ ਮਰੂੰਡੇ ਬਣਦੇ ਸੀ ਮੱਕੀ ਦੇ, ਬਾਜਰੇ, ਜਵਾਰ ਦੇ, ਕਹੋ ਸਤਨਾਮ। ਕਿੰਨਾ ਪੌਸ਼ਟਿਕ ਵੀ ਖਾਣਾ ਸੀਗਾ ਤੇ ਕਿੰਨਾ ਵਧੀਆ ਵੀ ਸੀਗਾ। ਤੇ ਜਿਹੜਾ ਅੱਜ ਨਵੇਂ ਨਵੇਂ ਡਿਜ਼ਾਈਨ ਦੀਆਂ ਮਠਿਆਈਆਂ ਬਣਾਉਣਗੇ, ਪਤਾ ਨਹੀਂ ਉਹਨਾਂ 'ਚ ਉਹਨਾਂ ਨੇ ਕੀ ਪਾਇਆ। ਉਹ ਤਾਂ ਅਸੀਂ ਆਪ ਬਣਾਉਂਦੇ ਸੀ ਘਰਾਂ ਦੇ ਵਿੱਚ, ਕਹੋ ਸਤਨਾਮ ਸ੍ਰੀ। ਗੁੜ ਦੇ ਵਿੱਚ ਮੱਕੀ ਪਾ ਕੇ, ਕਹੋ ਸਤਨਾਮ ਸ੍ਰੀ। ਤੋ ਖੈਰ ਪਾਤਸ਼ਾਹ ਜੀ ਨੇ ਕਿੰਨਾ ਚਿਰ ਪਹਿਲਾਂ ਸਾਨੂੰ ਗੁਰਚੇਤ ਕੀਤਾ ਕਿ ਸਿੱਖਾਂ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ। ਕਈ ਇਹਨਾਂ ਦੇ ਰੂਪ ਨੂੰ ਦੇਖ ਕੇ, ਇਹਨਾਂ ਦੇ ਰਸ ਨੂੰ ਦੇਖ ਕੇ, ਇਹਨਾਂ ਦੀ ਮਿਠਾਸ ਨੂੰ ਦੇਖ ਕੇ ਫਸ ਗਏ। ਇੱਕ ਰਾਹੇ ਦੇ ਜਾਂਦੇ ਜਾਂਦੇ ਖੜ ਗਏ, ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ, ਇੱਕ ਆਰਾਧਨਾ ਕਰਨ ਵਾਲੇ ਇਹਨਾਂ ਨੂੰ ਠੇਡਾ ਮਾਰ ਕੇ ਟੱਪ ਗਏ, ਕਹੋ ਸਤਨਾਮ ਸ੍ਰੀ। ਬਾਬੇ ਨਾਨਕ ਦੇ ਕੋਲ ਬੀਬੀਆਂ ਆਈਆਂ ਸੰਗਲਾ ਦੀਪ ਦੀਆਂ, ਕਿਉਂਕਿ ਰਾਜੇ ਨੇ ਡਿਊਟੀ ਲਾਈ ਸੀ ਕਿ ਇੱਥੇ ਬਹੁਤ ਸਾਰੇ ਸਾਧ ਨਾਨਕ ਬਣ ਬਣ ਕੇ ਆਉਣ ਲੱਗੇ ਆ। ਮੈਂ ਜਿਹੜੇ ਨਾਨਕ ਨੂੰ ਮਿਲਣਾ ਉਹ ਮੈਨੂੰ ਮਿਲ ਨਹੀਂ ਰਿਹਾ। ਇੱਥੇ ਪਖੰਡੀ ਨਾਨਕ ਕਹਾਉਂਦੇ ਆ ਆਪਣੇ ਆਪ ਨੂੰ। ਹੁਣ ਤੁਸੀਂ ਪਰਖੋ ਇਹਨਾਂ ਨੂੰ। ਜੇ ਤੁਹਾਡੀ ਪਰਖ ਦੇ ਵਿੱਚ ਡਿੱਗ ਜਾਂਦੇ ਨੇ, ਫੇਲ ਹੋ ਜਾਂਦੇ ਆ, ਭਜਾ ਦਿਆ ਕਰੋ। ਬਹੁਤ ਸਾਰੇ ਸਾਧ ਗਏ ਨਾਨਕ ਬਣ ਕੇ। 5-7 ਵਾਰੀ ਰਾਜਾ ਆਇਆ, ਮੁੜ ਕੇ ਉਹ ਰਾਣੀਆਂ ਤੇ ਆਪਣਾ ਉਹ ਬੀਬੀਆਂ, ਮੋਹਣੀਆਂ ਇਸਤਰੀਆਂ ਔਰ ਵਜ਼ੀਰ ਆਉਂਦੇ ਨੇ, ਪਰਖ ਕੇ ਭਜਾ ਦਿੰਦੇ ਆ। ਬਾਬਾ ਨਾਨਕ ਜੀ ਵੀ ਪਹੁੰਚ ਗਏ। ਵਜ਼ੀਰ ਆਪਣੇ ਰੂਟੀਨ ਮੁਤਾਬਕ ਉਹਨਾਂ ਇਸਤਰੀਆਂ ਨੂੰ ਲੈ ਕੇ ਆ ਗਿਆ। ਉਹਦੇ ਕਾਲੇ ਬਾਗ ਵਿੱਚ ਜਾ ਕੇ ਪਾਤਸ਼ਾਹ ਬੈਠੇ ਤੇ ਉਹ ਬਾਗ ਹਰਾ ਹੋ ਗਿਆ। ਸੋਚਿਆ ਰਿੱਧੀਆਂ ਸਿੱਧੀਆਂ ਹੋ ਸਕਦੀਆਂ, ਤੇ ਉਹ ਬੀਬੀਆਂ ਆ ਕੇ ਕਹਿਣ ਲੱਗੀਆਂ, ਰਾਜੇ ਵਜ਼ੀਰ ਦੇ ਨਾਲ ਆਈਆਂ, ਕਹਿੰਦੀਆਂ ਮਹਾਰਾਜ ਸਾਨੂੰ ਰਾਜਾ ਸਾਹਿਬ ਨੇ ਤੁਹਾਡੀ ਸੇਵਾ ਕਰਨ ਲਈ ਭੇਜਿਆ। ਤੇ ਪਾਤਸ਼ਾਹ ਕਹਿੰਦੇ ਗਾਛੋ ਪੁੱਤਰੀ ਰਾਜ ਕੁਆਰ ਧੀਓ, ਸੇਵਾ ਕਰਨੀ ਹੈ ਤਾਂ ਵਿਆਹ ਕਰਾਓ ਤੇ ਆਪਣੇ ਪਤੀ ਦੀ ਕਰੋ, ਕਹੋ ਸਤਨਾਮ ਸ੍ਰੀ। ਨਹੀਂ ਮਹਾਰਾਜ, ਰਾਜਾ ਸਾਹਿਬ ਨੇ ਡਿਊਟੀ ਲਾਈ ਹੈ ਵੀ ਜਿਹੜਾ ਵੀ ਸਾਧੂ ਆਪਣੇ ਇਲਾਕੇ 'ਚ ਆਵੇ ਸੇਵਾ ਕਰਿਆ ਕਰੋ। ਅਸੀਂ ਸਭ ਦੀ ਸੇਵਾ ਕਰਦੀਆਂ, ਕੰਮ ਤਾਂ ਪਰਖਣਾ ਸੀ ਉਹਨਾਂ ਦਾ, ਕਹੋ ਸਤਨਾਮ ਸ੍ਰੀ। ਬਾਬਾ ਜੀ ਕਹਿੰਦੇ ਨਹੀਂ ਨਹੀਂ, ਉਹ ਸਾਧ ਨਹੀਂ ਹੋਣੇ ਫਿਰ। ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰਿਆ ਦੇਖ ਭੀਤ। ਉਹ ਨਾਮ ਨੂੰ ਛੱਡ ਕੇ ਜਿੱਥੇ ਵਿਕਾਰਾਂ ਦੀ ਬੁਰਕੀ ਦੇਖਦੇ ਆ, ਉੱਥੇ ਕਾਂ ਵਾਂਗੂ ਡਿੱਗ ਪੈਂਦੇ ਆ। ਉਹ ਸਾਧ ਨਹੀਂ ਹੋਣੇ। ਉਹ ਕਹਿੰਦੀਆਂ ਮਹਾਰਾਜ ਬਥੇਰੇ ਸਾਧ ਇੱਥੇ ਆਏ, ਅਸੀਂ ਸਭ ਦੀ ਸੇਵਾ ਕਰਦੇ ਹਾਂ, ਤੁਸੀਂ ਵੀ ਲਓ ਸੇਵਾ ਸਾਡੀ। ਕਹਿੰਦੇ ਨਹੀਂ, ਅਸੀਂ ਸੇਵਾ ਨਹੀਂ ਕਰਾਉਣੀ, ਜਾਓ ਤੁਸੀਂ। ਜਾ ਕਊਆ ਨਾਮ ਨੀ ਚੀਤ, ਨਾਮ ਵਿਸਾਰ ਗਿਰਿਆ ਦੇਖ ਭੀਤ। ਮੇਰੀ ਤਾਂ ਉਹ ਪਰਮੇਸ਼ਰ ਦੇ ਨਾਲ ਪ੍ਰੀਤੀ ਪਈ ਹੋਈ ਹੈ ਬੇਟਾ। ਧੀਓ ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੌੜ ਸਮਾਰ। ਮੱਤ ਨੂੰ ਟਿਕਾਣੇ ਕਰਕੇ ਨਾਮ ਜਪੋ, ਪਤੀ ਦੀ ਸੇਵਾ ਕਰੋ। ਤਾਂ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰਖਣ ਦੀ, ਪਰ ਬਾਬਾ ਨਾਨਕ ਖੁਦ ਸੀ ਹੁਣ ਉਹਨਾਂ ਦੇ ਭੁਲੇਵੇ ਵਿੱਚ ਨਾ ਆਏ। ਉਹ ਅਖੀਰ ਬਾਬਾ ਜੀ ਕਹਿੰਦੇ ਮੋਹਨ ਮੋਹੇ ਲੀਆ ਮਨ ਤੋਹੇ, ਗੁਰ ਕੇ ਸ਼ਬਦ ਪਛਾਨਾ ਤੋਹੇ। ਮੋਹਨ ਮੋਹੇ ਲੀਆ ਮਨ ਮੋਹੇ, ਤੁਸੀਂ ਮੈਨੂੰ ਮੋਹਨ ਆਈਓ, ਮੈਨੂੰ ਪਤਾ ਲੱਗ ਗਿਆ ਤੁਸੀਂ ਮੋਹਣੀਆਂ ਇਸਤਰੀਆਂ। ਮਾਟੀ ਫੁੱਲੀ ਰੂਪ ਵਿਕਾਰ, ਤੁਸੀਂ ਤਾਂ ਫੁੱਲੀ ਹੋਈ ਮਿੱਟੀ ਹੋ। ਸੋਚ ਹੀ ਆ ਨਾ ਸਾਡੀ। ਇਸੇ ਸੋਚ ਨੂੰ ਦੂਜੋਂ ਲਾ ਲਓ ਤਾਂ ਦੂਜੂ ਚੱਲ ਪਊ ਕੰਮ, ਜੇ ਸਿੱਧਾ ਲਾ ਲਓ ਤਾਂ ਸਿੱਧਾ ਚੱਲ ਪਊਗਾ, ਕਹੋ ਸਤਨਾਮ ਸ੍ਰੀ।
माटी फूली रूप विकार, गाछो पुत्री राजकुमार, ना भणो सच दोष सवार। तुसी मैनू मोहन आईओ, मैं मोहिया नहीं जाता, मैं तो उस मालक नाल जुड़िया होया, मेरा मालक मेरे नाल है। मोहन मोहे लिया मन मोहे, गुर के शब्द पछाना तोहे। मैं तुहानू सियाण लिया, तुसी की लैन आई हो। अखीर उन्होंने सारिया परखा अपनिया कर लिया। वजीर ने पहला चोला भेंट किया, पातशाह ने मोड़ता, फिर पैसे भेंट किए, पातशाह ने मोड़ते, फिर मठियाइयां भेंट कीतियां, वह भी मोड़तियां, फिर मोहनियां इस्त्री आईयां, इन्हों भी सीधे रस्ते पाता। तो अखीर राजा फिर आ मिलना आया। खैर ਜਿਹੜੇ मालक नाल जुड़े हुए आ वो सुखी वसदे आ, वो डोलदे नहीं। टिचर वसै सुहेलड़ी, जिचर साथी नाल, ते जिन्ना चिर मालक नाल है उन्ना चिर जीव आत्मा सुखी वसदी आ। ਜਾਂ साथी उठ चलिया तां धन खाकू राल। जदों ਇਹਦਾ साथी आत्मा निकल गया, देही मिट्टी च मिल गई। जे आत्मा शब्द नाल नहीं जुड़ी तो ये टेढ़ियां जूना विच पै के मिट्टी च मिल गई, क्योंकि पता नहीं किधर ਨੂੰ गई, सप बनी के ठूहा बनी के किरला बनी। कहो सतनाम श्री, है तो आत्मा उत्थे भी ना। ते जे किते जिउंदी होई मालक नाल जुड़ी हुंदी, फिर शरीर छड्ड के अपने घरे चली जाती, मालक दे कोल पहुँच जाती, मालक दे विच मिल जाती। इस करके मालक दे नाल जुड़िया ही आनंद है। मन बैराग भया, दर्शन देखने का चाओ। हुण गुरु प्यारे एक साधु आया, एक जोगी आया पंजवें पातशाह जी कोल। महाराज मैं उस मालक के दर्शन करना चाहता जिस मालक की तुसी गल कर रहे हो। ये विचारां चल रही सन संगत विच। एक मृतक देही नूं बैठ के वेख के पंजवें पातशाह जी ने ये शब्द उचारण किया है। जां गुरु प्यारे ये गल्लां चल रही सी तां उस वेले जोगी, एक जोगी जिहड़ा है वो मेरे प्रीतम जी नूं कहण लगे, महाराज ਜਿਹੜੇ मालक ਦੀ ਤੁਸੀਂ ਗੱਲ ਕਰਦੇ ਹੋ ਉਹ ਮਾਲਕ ਦੇ ਦਰਸ਼ਨ ਕਰਨ ਨੂੰ ਜੀ ਕਰਦਾ ਹੈ, ਕਿਰਪਾ ਕਰੋ। ਪਾਤਸ਼ਾਹ ਕਹਿੰਦੇ ਅੱਛਾ ਜੀ ਕਰਦਾ ਹੈ? हाँ महाराज दर्शन कराओ। पति ਦੇ ਦਰਸ਼ਨ ਕਰਨੇ ਆ, ਮਾਲਕ ਦੇ ਦਰਸ਼ਨ ਕਰਨੇ ਆ। जब शादी ਹੁੰਦੀ है ना ਤੇ ਲੜਕਾ ਜਿਹੜਾ ਵਿਆਹਣ ਜਾਂਦਾ ਹੁਣ ਹੁੰਦਾ ਤਾਂ ਆਮ ਮਨੁੱਖ ਹੀ ਹੈ ਨਾ, ਪਹਿਲਾਂ ਵੀ ਉਹ ਹੁੰਦਾ ਹੀ ਆ ਦੁਨੀਆ 'ਚ। ਪਰ ਉਦੋਂ ਲੋਕ ਬੜੇ ਦੇਖਣ ਨੂੰ ਕਾਲੇ ਹੁੰਦੇ ਆ ਵੀ ਕਿਹੋ ਜਿਹਾ ਹੋਵੇਗਾ। ਕਹੋ ਸਤਨਾਮ ਸੀ। ਜਦ ਉੱਥੇ ਲੜਕੀਆਂ ਦੇ ਪਿੰਡ ਪੇਕੇ, ਲੜਕੀ ਦੇ ਪੇਕੇ, ਸਾਰੀਆਂ ਕੁੜੀਆਂ ਕਤਰੀਆਂ, ਸਾਰੇ ਪਿੰਡ ਵਾਲੇ ਨੌਜਵਾਨ, ਵੀ ਇਹਨਾਂ ਦਾ ਪ੍ਰਾਹੁਣਾ ਕਿਹੋ ਜਿਹਾ ਹੋਊਗਾ ਯਾਰ, ਦੇਖਾਂਗੇ। ਕਹੋ ਸਤਨਾਮ ਸੀ। ਔਰ ਉਸ ਲੜਕੀ ਨੂੰ ਵੀ ਚਾਅ ਚੜਿਆ ਹੁੰਦਾ ਵੀ ਮੇਰਾ ਪਤੀ ਜਿਹੜਾ ਆ ਰਿਹਾ ਉਹ ਕਿਹੋ ਜਿਹਾ ਹੋਊਗਾ। ਮੂੰਹ ਉਹਦਾ ਢੱਕਿਆ ਹੁੰਦਾ ਕਿਰਨਾਂ ਦੇ ਨਾਲ, ਸਿਹਰਿਆਂ ਦੇ ਨਾਲ। ਕਹੋ ਸਤਨਾਮ ਸ੍ਰੀ। ਇਸ ਕਰਕੇ ਇਸੇ ਤਰ੍ਹਾਂ ਹੀ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ, ਮਾਲਕ ਨੂੰ ਵੇਖਣ ਦਾ ਚਾਅ ਕਿਸੇ ਦੇ ਅੰਦਰ ਪੈਦਾ ਹੋਇਆ। ਜਿਵੇਂ ਉਹਨਾਂ ਨੂੰ ਚਾਅ ਹੁੰਦਾ ਤਾਂ ਉਹੀ ਆ, ਮਨੁੱਖ ਹੀ ਹੁੰਦਾ। ਪਰ ਉਦਣ ਕੁਝ ਅਲੱਗਾ ਗੱਲ ਹੁੰਦੀ ਆ, ਸਾਰਿਆਂ ਨੂੰ ਚਾਅ ਚੜਿਆ ਹੁੰਦਾ ਹੈ ਵੀ ਫਲਾਨਿਆਂ ਦਾ ਜਵਾਈ ਕਿਹੋ ਜਿਹਾ ਹੋਵੇਗਾ। तो मेरे प्रीतम जी कहते जब जोगी ने आके बेनती की, महाराज तुहाड़ियां विचारां सुन सुन के ना मेरा उस मालक नूं वेखण नूं विराग पैदा हो गया, जी करदा है। मन बैराग पया, दर्शन देखने का चाओ। वो कित्थे रहिंदा है, वो किहो जिहा है। धन सो देश जहां तू वसिया, मेरे सज्जन मीत मुरारे जीओ। कोई समा गुरु अर्जन देव जी नूं भी ਇਹ ਬਰਾਗ ਦਾ ਸਮਾਂ ਮਿਲਿਆ। ਕਹੋ ਸਤਨਾਮ ਸ੍ਰੀ। ਜਦੋਂ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਲਾਹੌਰ ਚਾਚੇ ਦੇ ਪੁੱਤਰ ਦੇ, ਤਾਏ ਦੇ ਪੁੱਤਰ ਦੇ ਵਿਆਹ 'ਚ ਭੇਜ ਦਿੱਤਾ। ਕਹੋ ਸਤਨਾਮ ਸ੍ਰੀ। ਕੁਝ ਸਮਾਂ ਉਹਨਾਂ ਨੂੰ ਵੀ ਪਤਾ ਲੱਗਿਆ ਵੀ ਮਾਲਕ ਤੋਂ ਦੂਰ ਹੋ ਕੇ ਦੁੱਖ ਕਿਹੋ ਜਿਹਾ ਲਾਉਂਦਾ ਹੈ, ਬਰਾਗ ਕਿਹੋ ਜਿਹਾ ਹੁੰਦਾ। ਕੁਝ ਮਹੀਨੇ ਉਹਨਾਂ ਨੂੰ ਹੁਕਮ ਲਾਤਾ ਵੀ ਜਿੰਨਾ ਚਿਰ ਬੁਲਾਈਏ ਨਾ ਆਉਣਾ ਨਹੀਂ, ਤੇ ਸੱਦੇ ਬਿਨਾ ਆ ਨਹੀਂ ਸਕਦੇ, ਤੇ ਜੀ ਉੱਥੇ ਲੱਗਦਾ ਨਹੀਂ। ਤੇ ਫਿਰ ਕਹਿੰਦੇ ਨੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੋਂ ਘੋਲੀ ਜੀਓ ਘੋਲ ਘੁਮਾਈ,
ਗੁਰਦਰਸ਼ਨ ਸੰਤ ਪਿਆਰੇ ਜੀ। ਧਨ ਸੋ ਦੇਸ਼ ਜਹਾਂ ਤੂੰ ਵਸਿਆ। ਉਹ ਦੇਸ਼ ਕਿੱਡਾ ਸੋਹਣਾ ਹੈ। ਇਹ ਬਰਾਗੀ ਜੋਗੀ ਪੁੱਛਦਾ ਹੈ, ਮਹਾਰਾਜ ਉਹ ਕਿਹੜਾ ਦੇਸ਼ ਹੈ ਜਿੱਥੇ ਉਹ ਸਾਡਾ ਮਾਲਕ ਵਸਦਾ ਹੈ। ਜਿਹੜੇ ਮਾਲਕ ਦੀਆਂ ਗੱਲਾਂ ਤੁਸੀਂ ਆਪਣੇ ਬਚਨਾਂ ਵਿੱਚ ਰੋਜ਼ ਕਰਦੇ ਹੋ, ਮੈਂ ਸੁਣ ਕੇ ਹੈਰਾਨ ਹੋ ਰਿਹਾ। ਦਰਸ਼ਨ ਹੀ ਕਰਾ ਦਿਓ। ਉਹ ਥਾਂ ਕਿੱਡਾ ਸੋਹਣਾ ਹੋਊਗਾ। ਧਨ ਸੋ ਦੇਸ਼ ਜਹਾਂ ਤੂੰ ਵਸਿਆ। ਮੇਰੇ ਸੱਜਣ ਮੀਤ ਮੁਰਾਰੇ ਜੀਓ ਰਹਾਓ। ਮੈਂ ਕਿਵੇਂ ਮਿਲਾਂ ਉਸ ਨੂੰ? ਇਹ ਪ੍ਰਸ਼ਨ ਪੈਦਾ ਹੋ ਗਿਆ। ਰਹਾਓ ਰੁਕ ਜਾਓ। ਰਹਾਓ ਕਹਿੰਦਾ ਠਹਿਰੋ। ਕੀ ਆਇਆ ਪਿੱਛੇ ਵਿਚਾਰੋ ਪਹਿਲਾਂ, ਫਿਰ ਅੱਗੇ ਚੱਲਿਓ। ਪਿੱਛੇ ਪ੍ਰਸ਼ਨ ਪੈਦਾ ਹੋ ਗਿਆ। ਧਨ ਸੋ ਤੇਰਾ ਥਾਨ, ਮੈਂ ਮਿਲਣ ਦਾ ਇੱਛਾ ਰੱਖਦਾ ਹਾਂ। ਪਾਤਸ਼ਾਹ ਕਹਿੰਦੇ ਮਿਲੇਗਾ ਜੇ ਤੂੰ ਮੇਰੀ ਗੱਲ ਮੰਨੇ। ਕਹੋ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ। ਉਹ ਕੰਤ ਜਦੋਂ ਕਿਸੇ ਨੂੰ ਮਿਲ ਜਾਂਦਾ ਹੈ ਨਾ, ਤਾਂ ਦੁਨੀਆ ਵੀ ਜੀ ਜੀ ਕਰਦੀ ਆ। ਕਹੋ ਸਤਨਾਮ ਸ੍ਰੀ। ਤੇ ਜੇ ਕੰਤ ਸਿਰ ਤੋਂ ਉੱਠ ਜਾਵੇ ਤੇ ਸੰਸਾਰੀ ਤੌਰ ਤੇ ਗੱਲ ਕਰਾਂ ਤੇ ਪਰਿਵਾਰ ਦੇ ਮੈਂਬਰ ਹੀ ਉਸ ਦੀ ਗੱਲ ਨਹੀਂ ਸੁਣਦੇ। ਕਹੋ ਸਤਨਾਮ ਸ੍ਰੀ। ਕਿਉਂਕਿ ਉਹਦਾ ਪਤੀ ਉਹਦੇ ਨਾਲ ਹੈ ਨਹੀਂ। ਹੁਣ ਉਹਦਾ ਹਿਫਾਜ਼ਤ ਕਰਨ ਵਾਲਾ, ਉਹਦਾ ਸਾਥੀ ਉਹਦੇ ਨਾਲ ਨਹੀਂ, ਤੇ ਸਾਰੇ ਐਂਟੀ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਅੰਦਰ ਜੇ ਪਰਮੇਸ਼ਰ ਦਾ ਨਾਮ ਚੱਲਦਾ ਹੈ ਤਾਂ ਸਾਰੀ ਦੁਨੀਆ ਜੀ ਜੀ ਕਰੂਗੀ। ਜੇ ਨਹੀਂ ਨਾਮ ਜਪਦੇ ਤੇ ਕਿਸੇ ਨੇ ਸਾਡੀ ਬਾਤ ਨਹੀਂ ਪੁੱਛਣੀ। ਕਹੋ ਸਤਨਾਮ ਸ੍ਰੀ। ਜੀਓ ਜੀਓ ਸਭ ਕਹਾਤ। ਜਦੋਂ ਅਸੀਂ ਮਾਲਕ ਦੇ ਨਾਲ ਜੁੜੇ ਆ, ਅਸੀਂ ਮਹਾਂਪੁਰਸ਼ਾਂ ਨੂੰ, ਰੱਬ ਦੇ ਪਿਆਰਿਆਂ ਨੂੰ ਕਿਉਂ ਸਤਿਕਾਰ ਦਿੰਦੇ ਆ? ਕਿਉਂਕਿ ਉਹ ਪਰਮੇਸ਼ਰ ਦਾ ਸਤਿਕਾਰ ਕਰਦੇ ਨੇ। ਕਹੋ ਸਤਨਾਮ ਸ੍ਰੀ। ਇੱਕ ਐਸੇ ਵੀ ਮਹਾਂਪੁਰਸ਼ ਦੇਖੇ, ਉਹ ਜਦ ਨਮਸਕਾਰ ਕਰਦੇ ਨਾ, ਕੋਈ 50 60 100 ਵਾਰੀ ਮੱਥਾ ਧਰਤੀ ਤੇ ਬਾਰ-ਬਾਰ ਲਾਈ ਜਾਂਦੇ। ਅੱਧਾ ਘੰਟਾ ਮੱਥਾ ਹੀ ਟੇਕੀ ਜਾਂਦੇ, ਬਾਰ-ਬਾਰ ਟੇਕੀ ਜਾਂਦੇ। ਚੱਕ ਲਿਆ ਰੱਖਤਾ, ਚੱਕ ਲਿਆ ਰੱਖਤਾ। ਕਿਸੇ ਨੇ ਪੁੱਛਿਆ ਵੀ ਮਹਾਂਪੁਰਸ਼ੋ, ਅਸੀਂ ਵੀ ਮੱਥਾ ਟੇਕਦੇ ਹਾਂ, ਇੱਕ ਵਾਰੀ ਟੇਕਿਆ ਉੱਠ ਕੇ ਪਾਸੇ ਹੋ ਜਾਂਦੇ ਆ, ਤੁਸੀਂ ਲੱਗੇ ਹੀ ਰਹਿੰਦੇ ਹੋ, ਕੀ ਗੱਲ ਹੈ? ਉਹ ਕਹਿੰਦੇ ਭਾਈ ਰਾਹ 'ਚ ਮੈਨੂੰ ਬਾਹਲੇ ਲੋਕ ਮੱਥਾ ਟੇਕਦੇ ਨੇ। ਕੋਈ ਫਤਿਹ ਬੁਲਾਉਂਦਾ, ਕੋਈ ਮੱਥਾ ਟੇਕਦਾ ਹੈ। ਉਹ ਹੁੰਦਾ ਤਾਂ ਮਹਾਰਾਜ ਦਾ, ਉਹ ਮੈਂ ਸਾਰਾ ਲਿਆ ਕੇ ਇਹਨੂੰ ਭੇਟ ਕਰ ਦੇਣਾ ਵੀ ਆਹ ਫਲਾਣੇ ਨੇ ਟੇਕਿਆ ਜੀ, ਆਹ ਫਲਾਣੇ ਦਾ ਟੇਕਿਆ, ਆਹ ਫਲਾਣੇ ਦਾ ਟੇਕਿਆ, ਇਹ ਸਾਰਾ ਸੋਨੂੰ ਟੇਕਿਆ ਜੀ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ। ਮੈਂ ਤਾਂ ਕਹਿੰਦਾ ਉਹ ਸਾਰੀ ਲਿਆ ਕੇ ਨਾ ਸੰਗਤਾਂ ਦੀ ਜਿਹੜੀ ਭੇਟਾ ਹੁੰਦੀ ਆ ਮੱਥਾ ਟੇਕਣ ਵਾਲੀ, ਇਹ ਵੀ ਭੇਟਾ ਹੈ। ਮਹਾਂਪੁਰਸ਼ ਇਹਨੂੰ ਵੀ ਬਹੁਤ ਵੱਡੀ ਗੱਲ ਕਹਿੰਦੇ ਆ। ਜੇ ਕੋ ਜੀਓ ਕਹੇ ਉਹਨਾਂ ਕੋ, ਰੱਬ ਦੇ ਪਿਆਰਿਆਂ ਨੂੰ ਜੇ ਕੋਈ ਜੀ ਕਹਿੰਦਾ ਹੈ ਤਾਂ ਫਿਰ ਕੀ ਹੁੰਦਾ? ਜਮ ਕੀ ਤਲਬ ਨਾ ਹੋਈ। ਜਮਦੂਤ ਵੀ ਜੀ ਕਹਿ ਕੇ ਕਹਿੰਦਾ ਆਓ ਜੀ ਮਹਾਰਾਜ ਤੁਹਾਡਾ ਸਮਾਂ ਹੋ ਗਿਆ, ਚੱਲੀਏ। ਖਿੱਚ ਕੇ ਨਿਲ ਜਾਂਦੇ ਦੁਨੀਆ ਵਾਂਗੂ। ਉਹਨਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਆ ਜੀ ਤੁਹਾਡਾ ਸੰਸਾਰ ਦਾ ਸਮਾਂ ਪੂਰਾ ਹੋ ਗਿਆ, ਹੁਣ ਜਾਣ ਦਾ ਸਮਾਂ ਆ ਗਿਆ, ਚੱਲੀਏ। ਜੇ ਕੋ ਜੀਓ ਕਹੇ ਉਹਨਾਂ ਕੋ, ਜਮ ਕੀ ਤਲਬ ਨਾ ਹੋਈ। ਉਹਨਾਂ ਨੂੰ ਜਮ ਤਲਬ ਦਾ ਨੀ ਗਾ, ਸਤਿਕਾਰ ਸਹਿਤ ਕਹਿੰਦਾ। ਇਸ ਕਰਕੇ ਗੁਰੂ ਪਿਆਰਿਓ, ਜੇ ਸਾਡੇ ਅੰਦਰ ਸ਼ਬਦ ਰੂਪੀ ਮਾਲਕ ਵਸਿਆ ਹੋਵੇ, ਸ਼ਬਦ ਦੀ ਗੱਲ ਹੈ ਇੱਥੇ, ਉਦਾਹਰਨਾਂ ਸੰਸਾਰ ਦੀਆਂ। ਜਿਚਰ ਵਸਿਆ ਕੰਤ ਘਰ, ਜਿੰਨਾ ਚਿਰ ਮਾਲਕ ਸਾਡੇ ਨਾਲ ਹੈ, ਜੀਓ ਜੀਓ ਸਭ ਕਹਾਤ। ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਫਿਰ ਕਹਿੰਦੇ ਸਾਰਾ ਸੰਸਾਰ ਹੀ ਤੇਰਾ ਹੋ ਜਾਵੇਗਾ ਜੇ ਤੂੰ ਮੇਰਾ ਬਣ ਜਾਵੇਂ। ਮੇਰੇ ਪ੍ਰੀਤਮ ਜੀ ਕਹਿੰਦੇ ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ। ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਫਿਰ ਤੈਨੂੰ ਕਹਿੰਦੇ ਕਿਸੇ ਨੇ ਪੁੱਛਣਾ ਨਹੀਂ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਾਂ ਉੱਠੀ ਚਲਸੀ ਕੰਤੜਾ, ਕੋਈ ਨਾ ਪੁੱਛੇ ਤੇਰੀ ਬਾਤ। ਫਿਰ ਕਰਨਾ ਕੀ ਆ? ਕੰਤ ਕਿਵੇਂ ਸਾਡੇ ਨਾਲ ਜੁੜਿਆ ਰਵੇ, ਕਿਵੇਂ ਸਾਡੇ ਨਾਲ ਮਿਲਿਆ ਰਵੇ? ਪਾਤਸ਼ਾਹ ਜੀ ਕਹਿੰਦੇ ਪਈ ਅੜੇ ਸੋ ਸੇਵ ਤੂੰ, ਸੋਹਰੜੇ ਸੁਖ ਵਸ।
ਕਹਿਣ ਲੱਗੇ ਤੂੰ ਪੇਕਿਆਂ ਵਿੱਚ ਰਹਿੰਦੀ ਹੋਈ ਮਾਲਕ ਨੂੰ ਯਾਦ ਕਰਿਆ ਕਰ। ਪੇਕਿਆਂ ਵਿੱਚ ਰਹਿੰਦੀ ਹੋਈ ਮਾਲਕ ਨੂੰ ਯਾਦ ਕਰਿਆ ਕਰ ਤੇ ਮਾਲਕ ਤੇਰੇ ਨਾਲ ਹੋ ਜਾਵੇਗਾ। ਤੇ ਇੱਥੇ ਹੁਣ ਪੇਕਿਆਂ ਦੀ ਗੱਲ ਕੇਵਲ ਉਸ ਲੜਕੀ ਦੇ ਪੇਕਿਆਂ ਦੀ ਨਹੀਂ ਗੁਰੂ ਪਿਆਰੋ, ਇੱਥੇ ਗੱਲ ਹੈ ਸੰਸਾਰ ਰੂਪੀ ਪੇਕਿਆਂ ਵਿੱਚ ਰਹਿੰਦੇ ਹੋਏ। ਇਹ ਸੰਸਾਰ ਰੂਪੀ ਪੇਕਿਆਂ ਦੀ, ਇਹ ਪੇਕੇ ਹੈ ਤੇ ਸਹੁਰੇ ਪਰਮੇਸ਼ਰ ਦਾ ਘਰ ਹੈ। ਆਪਾਂ ਸਹੁਰਿਆਂ ਚੋਂ ਕੱਢੀਆਂ ਹੋਈਆਂ, ਕਹੋ ਸਤਨਾਮ ਸ੍ਰੀ। ਆਪਾਂ ਸਹੁਰਿਆਂ ਚੋਂ ਨਿਕਲੀਆਂ ਹੋਈਆਂ ਵਿਛੜ ਕੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਉਸ ਮਾਲਕ ਨੇ ਸਾਨੂੰ ਭੇਜਿਆ ਮਾਲਕ ਦੇ ਮਾਤਲੋਕ ਦੇ ਵਿੱਚ, ਬਈ ਜਾ ਪਹਿਲਾਂ ਗੁਰੂ ਵਾਲੀ ਬਣ ਤੇ ਫਿਰ ਮੇਰੇ ਕੋਲੇ ਆ, ਤੈਨੂੰ ਪਤਾ ਲੱਗੇ ਪਤੀ ਦੀ ਸੇਵਾ ਕਿਵੇਂ ਕਰੀਦੀ ਆ, ਕਿਸੇ ਨੂੰ ਪੁੱਛ ਕੇ ਆ ਥੱਲੇ ਆ, ਕਹੋ ਸਤਨਾਮ ਸ੍ਰੀ। ਉੱਥੇ ਬੇਬੇ ਗੁਰੂ ਬਣਦੀ ਹੈ ਬੱਚੀ ਦੀ, ਮਾਂ ਸਿਖਾਉਂਦੀ ਆ ਸਾਰਾ ਕੁਝ ਘਰ ਦੇ ਵਿੱਚ ਕੱਢਣਾ ਕੱਤਣਾ, ਰੋਟੀਆਂ ਪਕਾਉਣੀਆਂ ਉਹਨੂੰ, ਵੀ ਜਾ ਕੇ ਸਹੁਰੇ ਘਰ ਕਿਵੇਂ ਵਸਣਾ ਤੂੰ, ਆ ਸਿੱਖ ਲਾ ਨਹੀਂ ਦੁਨੀਆ ਕੁੱਡਰ ਕਹੂਗੀ। ਤੇ ਅਸੀਂ ਵੀ ਕੁੱਡਰ ਸੀ, ਸਾਨੂੰ ਮਾਲਕ ਨੇ ਆਪਣੇ ਘਰ ਚੋਂ ਕੱਢਤਾ, ਕਹੋ ਸਤਨਾਮ ਸ੍ਰੀ। ਜਾ ਥੱਲੇ ਜਾ, ਪੁੱਛ ਕੇ ਆ ਕਿਸੇ ਰੱਬ ਦੇ ਪਿਆਰੇ ਨੂੰ, ਗੁਰੂ ਨੂੰ ਪੁੱਛ ਕੇ ਆ ਕਿ ਸਹੁਰੀ ਕਿਵੇਂ ਵਸੀਦਾ, ਕਹੋ ਸਤਨਾਮ ਸ੍ਰੀ। ਇੱਥੇ ਫਿਰ ਦੱਸਣ ਲੱਗਿਆ ਰੱਬ ਦਾ ਪਿਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਹਿੰਦੇ, ਜੇ ਤੂੰ ਉਸ ਮਾਲਕ ਦੇ ਦਰਸ਼ਨ ਕਰਨਾ ਚਾਹੁੰਦਾ, ਉਹ ਬੈਰਾਗੀ ਜੋਗੀ, ਜੇ ਤੂੰ ਚਾਹੁੰਦਾ ਉਸ ਮਾਲਕ ਦੇ ਦਰਸ਼ਨ ਕਰਨੇ ਤਾਂ ਪਈ ਅੜੈ ਸਹੁ ਸੇਵ ਤੂੰ। ਪੇਕਿਆਂ ਵਿੱਚ ਰਹਿੰਦੀ ਮਾਲਕ ਨੂੰ ਯਾਦ ਕਰਿਆ ਕਰ। ਆ ਪੇਕੇ ਆ ਮਾਤਲੋਕ ਦੇ, ਜਿਵੇਂ ਇੱਕ ਬੱਚੀ ਦੇ ਪੇਕੇ ਉਹਦਾ ਪੇਕਿਆਂ ਦਾ ਪਿੰਡ ਹੁੰਦਾ, ਉਹਦੇ ਮਾਂ ਪਿਓ ਦਾ ਪਿੰਡ ਹੁੰਦਾ। ਪਰ ਉਹ ਜੇ ਮਿਲਣ ਵਾਸਤੇ ਕੁਝ ਸਮੇਂ ਮਾਂ ਪਿਓ ਕੋਲ ਚਲੀ ਗਈ ਤੇ ਪਿੱਛੇ ਪਤੀ ਦਾ ਵੀ ਯਾਦ ਰੱਖੇ, ਵੀ ਉੱਥੇ ਮੇਰਾ ਸਹੁਰੇ ਪਤੀ ਵੀ ਹੈ, ਮੈਂ ਉੱਥੇ ਵਾਪਸ ਵੀ ਜਾਣਾ। ਇਹ ਨਹੀਂ ਵੀ ਰੁੱਸ ਕੇ ਉੱਥੇ ਹੀ ਜਾ ਕੇ ਬਹਿ ਜੇ, ਫਿਰ ਉਹ ਵੀ ਕਹਿੰਦਾ ਚੰਗਾ ਤੁਰੀ ਫਿਰ। ਤੇ ਅਸੀਂ ਵੀ ਤੁਰੇ ਫਿਰਦੇ ਆ ਨਾ ਟੇਢੀਆਂ ਜੂਨਾਂ 'ਚ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ। ਫਿਰ ਜੀਵ ਆਤਮਾ ਭਟਕਦੀਆਂ ਫਿਰਦੀਆਂ ਟੇਢੀਆਂ ਜੂਨਾਂ 'ਚ। ਇਸੇ ਤਰ੍ਹਾਂ ਹੀ ਜਿਸ ਘਰ ਦੇ ਵਿੱਚ ਮਾਲਕ ਦਾ ਡਰ ਨਹੀਂ ਹੈ, ਜਿਸ ਘਰ ਦੇ ਵਿੱਚ ਮਾਲਕ ਦਾ ਪਿਆਰ ਨਹੀਂ ਹੈ, ਉਹ ਘਰ ਭੱਠੇ ਵਾਂਗੂ ਤਪਦੇ ਹੈ। ਜਿਤ ਘਰ ਹਰ ਪੰਥ ਕੰਤ ਨ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਜਿਸ ਘਰ ਦੇ ਵਿੱਚ ਮਾਲਕ ਦਾ ਡਰ ਨਾ ਹੋਵੇ, ਪਰਮੇਸ਼ਰ ਦਾ ਡਰ ਨਾ ਹੋਵੇ, ਗੁਰੂ ਦਾ ਡਰ ਨਾ ਹੋਵੇ। ਭਾਵ ਬਹੁਤ ਲੋਕੇ ਮਨਮੁਖ ਲੋਕ ਸ਼ਰਾਬਾਂ ਪੀਂਦੇ ਹੈ, ਮਾਸ ਖਾਂਦੇ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਫਸੇ ਹੋਏ ਹੈ। ਉਸ ਘਰ ਨੂੰ ਕੀ ਕਿਹਾ ਕਬੀਰ ਸਾਹਿਬ ਨੇ, ਕਬੀਰ ਜੇ ਘਰ ਸਾਧ ਨ ਸੇਵੀਐ, ਹਰ ਕੀ ਪੂਜਾ ਨਾਹੇ, ਤੇ ਘਰ ਮਰਹਠ ਸਾਰਖੇ, ਭੂਤ ਵਸੇ ਤਿਨ ਮਾਹੇ, ਕਹੋ ਸਤਨਾਮ ਸ੍ਰੀ। ਉੱਥੇ ਫਿਰ ਆਹੀ ਕੁਝ ਹੈ, ਉਹ ਭੱਠੇ ਵਾਂਗੂ ਤਪਦੇ ਹੈ। ਸ਼ਮਸ਼ਾਨ ਘਾਟ 'ਚ ਅੱਗ ਹੀ ਮੱਚਦੀ ਹੁੰਦੀ ਹੈ ਨਾ ਚਿਖਾ ਦੇ ਵਿੱਚ। ਜਿਤ ਘਰ ਹਰ ਕੰਤ ਨ ਪ੍ਰਗਟੀ, ਭੱਠ ਨਗਰ ਸੇ ਗ੍ਰਾਮ, ਸਰਬ ਸਿਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਉਹਨਾਂ ਮਨੁੱਖਾਂ, ਉਹਨਾਂ ਜੀਵ ਇਸਤਰੀਆਂ ਦੇ ਵਾਸਤੇ ਘਰ ਦੀਆਂ ਸਹੂਲਤਾਂ ਵੀ ਸਹੂਲਤਾਂ ਨਹੀਂ ਰਹਿਣਗੀਆਂ, ਦੁਖਦਾਈ ਬਣ ਜਾਣਗੀਆਂ। ਏਸੀ ਵੀ ਸੁੱਖ ਨਹੀਂ ਦੇਊਗਾ, ਸਿਆਲ 'ਚ ਹੀਟਰ ਗਰਮੀ ਨਹੀਂ ਦੇਊਗਾ, ਕਹੋ ਸਤਨਾਮ ਸ੍ਰੀ। ਦੁਖਦਾਈ ਬਣ ਜਾਣਗੀਆਂ ਉਹ ਚੀਜ਼ਾਂ, ਉਹ ਮਿੱਠੀਆਂ ਚੀਜ਼ਾਂ, ਮਿੱਠੇ ਰਸ ਦੁਖਦਾਈ ਬਣ ਜਾਣਗੇ। ਸਰੀਰਾਂ ਵਿੱਚ ਬਿਮਾਰੀਆਂ ਪੈਦਾ ਹੋ ਜਾਣਗੀਆਂ, ਉਹ ਵਸਤੂਆਂ ਭੋਗ ਰਸ ਭੋਗ ਹੀ ਨਹੀਂ ਸਕੇਗਾ, ਕਹੋ ਸਤਨਾਮ। ਤਾਪ ਚੜ੍ਹਨ ਤੇ ਰੋਟੀ ਕੌੜੀ ਲੱਗਦੀ ਆ ਨਾ, ਬਸ ਇਹੀ ਚੀਜ਼ ਆ। ਉਹ ਤਾਂ ਸਰੀਰਕ ਤਾਪ ਹੈ, ਤੇ ਜਦੋਂ ਆਤਮਾ ਬਿਮਾਰ ਹੈ ਤੇ ਫਿਰ ਜਿਹੜੇ ਸੁੱਖ ਹੈ ਉਹ ਦੁਖਦਾਈ ਬਣ ਜਾਂਦੇ ਆ, ਕਹੋ ਸਤਨਾਮ ਸ੍ਰੀ। ਕਿਉਂਕਿ ਮਾਲਕ ਤੋਂ ਵਿਛੜੀ ਹੋਈ ਹੈ। ਜਿਤ ਘਰ ਹਰ ਕੰਤ ਨ ਪ੍ਰਗਟੀ, ਭੱਠ ਨਗਰ ਸੇ ਗ੍ਰਾਮ, ਸਰਬ ਸਿਗਾਰ ਤਮੋਰ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਬਿਹੂਣੀਆਂ। ਤਿੰਨਾਂ ਜਣਿਆਂ ਦੀ ਉਦਾਹਰਨ ਹੈ ਇੱਥੇ। ਪ੍ਰਭੂ ਪਰਮੇਸ਼ਰ ਤੋਂ ਵਿਛੜੀ ਆਤਮਾ, ਸੁਆਮੀ ਗੁਰੂ, ਗੁਰੂ ਤੋਂ ਵਿਛੜਿਆ ਮਨੁੱਖ,
जे सिख कह दिया शायद एक पासे गल चली जाऊ, मैं मनुख कह दिया, वो हिंदुआं विच भी विछड़िया हो सकता है, मुसलमानां विच भी, सिखां विच भी। कहो सतनाम श्री। गुरु तो विछड़िया मनुख, परमेश्वर तो विछड़ी आत्मा उवें ही दुखी आ जिवें पति तो विछड़ी स्त्री। कहो सतनाम श्री। प्रभ स्वामी कंत विहोणीआ, इन्हां तिन्नां दा विछोड़ा इन्हां नूं इन्ना दुखदाई है। मीत सज्जन सब जाम, उन्हां दे मित्र उन्हां दे सज्जन ही उन्हां लई जमदूत बन जाणगे, उन्हां दे जीव दे स्वाद ही उन्हां लई बीमारियां बन जाणगियां। कहो सतनाम श्री। पातशाह ने बड़ा सुंदर बचन सानू एक दसिया, कहंदे प्रशादा छकण वेले रोटी मूँह च पाउण तो पहलां सतनाम वाहिगुरू कह के कह दिया करो, तब प्रसाद भरम का नास। ये रोटी तुहाडा प्रसाद बन जाना है, अंदर जाके नुकसान नहीं करूगा। कहो सतनाम श्री। तेरी कृपा नाल भोजन मिलिया, छकण लगिया, हुण इहनूं प्रसाद बना दिओ, तब प्रसाद भरम का नास, ते वो पवित्र हो जाना। नहीं तो वेख लो मीरा बाई, जहर का प्याला फड़ाया उहदे पति ने, क्योंकि वो नहीं सी चाहुंदा कि ये भगत नहीं बने। राणी सी एक, पर भगती वाल पै गई, वो चाहुंदा सी हटाउणा। दुनिया की लोक लाज तो उन्होंने मारन ते तुल गया, जहर का प्याला भेजता। नौकर जाके कहंदे राणे ने अमृत भेजिया पीला, ते उस वेले बीना नाल भजन कर रही सी, ते बजाउंदे बजाउंदे गाउंदे गाउंदे कृष्ण दे गीत, उन्हें वो प्याला मूँह नूं लाया, तो जो कृपा दृष्टि पई वो जहर ही अमृत बन गया, मरी नहीं। कहो सतनाम। ये तो प्रतख उदाहरण है ना मीरा बाई दी। होर बहुत सारिया कहानियां इदां दियां बई उन्हां दे वास्ते भोजन भी प्रसाद बन जाणगे, ते जिहड़े रब नूं याद नहीं करनगे उन्हां दे प्रसाद भी जहर बन जाणगे। कहो सतनाम श्री। उन्हां दे भोजन भी जहर बन जाणगे। इस करके प्रभ स्वामी कंत विहोणीआ, मीत सज्जन सब जाम। सिखा जे तू चाहना मालिक दे दर्शन करने, जिचर वसिया कंत कर जियो जियो सब कहात। जा उठी चलसी कंतड़ा, तां कोई ना पुछे तेरी बात। पई अड़ै सहो सेव तू सौहर दे सुख वस। इत्थे भी याद रख रब नूं, मरण तो बाद मालिक दे घरे वसेंगी। जे पेकिया जी भुलाता फिर सौहरी किवें जावेंगी। कहो सतनाम श्री। जे मरदे होए परमेश्वर नूं याद नहीं करांगे ते परमेश्वर कोले किवें जावांगे। अंत काल जे नारायण सिमरे ऐसी चिंता मैं जे मरे, बाधित लोचन तेरा मुक्ता पीतंबर वाकर दे बसे। प्रीतम जी कहंदे जां उठी चलसी कंतड़ा, तां कोई ना पुछे तेरी बात। पई अड़े सहो सेव तो, इत्थे रब नूं याद करो। सौहर दे सुख वस, फिर इत्थों छड्ड के मनुखा शरीर नूं परमेश्वर दे घरे वसेंगी, टेढ़ियां जुन्नां तो बच जाएंगी। किवें वसना पई है परमेश्वर दे घर च, पति दे घर च, मानक दे घर किवें वसना? गुरमिल चज अचार सिख। परमेश्वर ने सानू ताइए शायद इत्थे भेजिया है कि जा गुरु नूं मिल के आ। कहो सतनाम श्री। पुछ के आ किवें सौहरे वसी दा सुखी। गुरमिल चज अचार सिख, तुद कदे ना लगे दुख। फिर तेरी ओथे भी इज्जत होगी। रे रे दरगह कहे न कहो, आओ बैठ आदर सुभ देऊ। ओथे भी तेनू सचियारी कहणगी, आंडना गुआंढना। ए तेरी माया रूपी सस भी तेरी सेवा करूगी, कहोगी सियाणी है। भाव माया भी उसदी सेवा च आ जाऊगी। कहो सतनाम श्री। कबीर साहब ने इस विषय के बहुत सारे शब्द लिखे आ। गुरमिल चज अचार सिख, तुद कदे ना लगे दुख। सबना सौहरे वंजना, सब मुकलावन हार। एक दिन मुकलावा सब दा ही आउणा है, ते सारियां ने संसार नूं छड्ड के सौहरे संसार विच जाना ही जाना है। कहो सतनाम श्री। सबना सौहरे वंजना, वंजना हुंदा जाना। सब ने सौहरे जाना है। और तुसीं इत्थों दी गल ना समझी जाओ। ये पातशाह ने इस ढंग नाल लिखे है शब्द कि सौखे समझ आ जाण। सौहरे जाण तो भाव इत्थे मौत सब दी होनी है एक दिन। कहो सतनाम श्री। और मौत है जिहड़ी वो समाप्ति नहीं है, यात्रा समाप्त नहीं है मौत तो बाद। मौत तो बाद दूजे देश की यात्रा शुरू होनी है। कहो सतनाम श्री। ये यात्रा खत्म हो जानी है मातलोक दी, फिर दूजे देश नूं जाना है।
ਇਹ ਨਹੀਂ ਪਤਾ ਤੁਸੀਂ ਆਪਦੇ ਪਤੀ ਦੇ ਘਰੇ ਜਾਓਗੀਆਂ ਜਾਂ ਫਿਰ ਟੇਢੀਆਂ ਜੂਨਾਂ 'ਚ ਪੈ ਜਾਓਗੀਆਂ। ਇਹ ਤੁਹਾਡੀ ਮਰਜ਼ੀ ਹੈ ਕਿੱਧਰ ਨੂੰ ਜਾਣਾ ਹੈ, ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਸਾਰਿਆਂ ਨੇ ਇੱਥੋਂ ਇੱਕ ਦਿਨ ਇਹ ਦੇਸ਼ ਨੂੰ ਛੱਡ ਕੇ ਜਾਣਾ ਹੈ, ਇਹ ਸ਼ਹਿਰ ਨੂੰ ਛੱਡ ਕੇ ਜਾਣਾ ਹੈ, ਸਾਰਿਆਂ ਦਾ ਮੁਕਲਾਵਾ ਆਉਣਾ ਹੈ। ਕਿਸੇ ਨੂੰ ਧੂ ਘੜੀਸ ਕੇ ਜਮਦੂਤ ਲੈ ਜਾਣਗੇ, ਕਿਸੇ ਨੂੰ ਬਾਜੀਆਂ ਗਾਜੀਆਂ ਨਾਲ ਪਰਮੇਸ਼ਰ ਲੈ ਕੇ ਜਾਊਗਾ। ਕੋਈ ਸਤਨਾਮ ਸੀ, ਕੋਈ ਬਾਜੀਆਂ ਗਾਜੀਆਂ ਨਾਲ ਵਿਆਹ ਕੇ ਜਾਂਦੀਆਂ ਲੜਕੀਆਂ, ਤੇ ਜਿਹੜੀਆਂ ਮਾਂ ਪਿਓ ਤੋਂ ਬਾਹਰੀਆਂ ਹੁੰਦੀਆਂ, ਜਿਹੜੀਆਂ ਮਾਂ ਗੁਰੂ ਦੀ ਪਿਓ ਗੁਰੂ ਦੀ ਗੱਲ ਨਹੀਂ ਮੰਨਦੀਆਂ, ਆਪਦੀ ਮਨਮਰਜ਼ੀ ਕਰਦੀਆਂ, ਉਹ ਫਿਰ ਬਾਅਦ ਵਿੱਚ ਦੁਖੀ ਹੁੰਦੀਆਂ, ਫਿਰ ਸੋਚਦੀਆਂ ਅਸੀਂ ਗਲਤੀ ਕੀਤੀ, ਮਾਂ ਦੀ ਗੱਲ ਨਹੀਂ ਸੁਣੀ, ਪਿਓ ਦੀ ਗੱਲ ਨਹੀਂ ਸੁਣੀ। ਕੋ ਸਤਨਾਮ ਸੀ। ਜਿਨ੍ਹਾਂ ਨੇ ਗੁਰੂ ਮਾਂ ਦੀ ਗੱਲ ਨਹੀਂ ਸੁਣੀ, ਜਿਨ੍ਹਾਂ ਨੇ ਗੁਰੂ ਪਿਓ ਦੀ ਗੱਲ ਨਹੀਂ ਸੁਣੀ, ਉਹ ਰੂਹਾਂ ਵੀ ਦੁਖੀ ਹੁੰਦੀਆਂ, ਉਹ ਟੇਢੀਆਂ ਜੂਨਾਂ 'ਚ ਪੈ ਜਾਂਦੀਆਂ। ਗੁਰਮੰਤਰਹੀਨ ਜੋ ਪ੍ਰਾਣੀ ਤਿਰਗੰਤ ਜਨ ਭ੍ਰਸ਼ਟਨੈ, ਕੁਕਰੈ ਸੋਕਰੈ ਕਾਕੈ ਗਤ ਪੈ ਸਰਪਣੈ ਤੁਲ ਖਲੈ। ਉਹ ਇਹਨਾਂ ਟੇਢੀਆਂ ਜੂਨਾਂ 'ਚ ਪੈ ਕੇ ਫਿਰ ਦੁਖੀ ਹੁੰਦੀਆਂ। ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਅਖੀਰ ਤੇ ਵਡਿਆਈ ਦਿੰਦੇ ਨੇ ਕਿਹਨੂੰ? ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਧਨ ਹੈ ਉਹ ਜੀਵ ਇਸਤਰੀਆਂ, ਉਹ ਰੂਹਾਂ ਜਿਨ੍ਹਾਂ ਦਾ ਮਾਲਕ ਨਾਲ ਪਿਆਰ ਪੈ ਗਿਆ, ਜਿਨ੍ਹਾਂ ਨੇ ਪੇਕਿਆਂ 'ਚ ਰਹਿੰਦੇ ਮਾਲਕ ਨੂੰ ਯਾਦ ਕੀਤਾ। ਜਦ ਸਮਾਂ ਆਇਆ ਜਾਣ ਦਾ ਤੇ ਮਾਲਕ ਆਪ ਉਹਨਾਂ ਨੂੰ ਬਾਜੀਆਂ ਗਾਜੀਆਂ ਦੇ ਨਾਲ ਮਾਤ ਲੋਕ 'ਚੋਂ ਲੈ ਕੇ ਗਿਆ। ਕੋਈ ਸਤਨਾਮ ਸੀ। ਉਹ ਧਨ ਹੋ ਗਈਆਂ ਜੀਵ ਇਸਤਰੀਆਂ। ਇਹ ਸੀ ਅੱਜ ਦੇ ਸ਼ਬਦ ਦੇ ਵਿਚਾਰ। ਗੁਰੂ ਕਿਰਪਾ ਕਰਨ, ਗੁਰੂ ਨਾਲ ਜੁੜੀਏ। ਕਿੰਨਾ ਜ਼ਰੂਰੀ ਹੈ ਗੁਰੂ ਵਾਲੇ ਬਣਨਾ। ਸੰਸਾਰੀ ਉਦਾਹਰਨਾਂ ਦੇ ਦੇ ਕੇ ਪਾਤਸ਼ਾਹ ਨੇ ਬੜਾ ਹੀ ਸੌਖਾ ਕਰਕੇ ਸਮਝਾਉਣਾ ਕੀਤਾ। ਨਹੀਂ ਤਾਂ ਬ੍ਰਾਹਮਣਾਂ ਨੇ ਪਿਛਲੇ ਸਮਿਆਂ ਦੇ ਵਿੱਚ ਸੰਸਕ੍ਰਿਤ ਵਿੱਚ ਵੇਦ ਲਿਖੇ ਹੋਏ ਸੀ, ਜਿਨ੍ਹਾਂ ਦੀ ਸਮਝ ਨਹੀਂ ਸੀ ਪੈਂਦੀ ਕੀ ਹੈ ਕੀ ਨਹੀਂ ਹੈ। ਪਰ ਦੇਖੋ ਕਿੰਨਾ ਕਲੀਅਰ ਕਰਕੇ ਸਮਝਾਇਆ। ਤਾਂ ਤੇ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ। ਆਪਾਂ ਦੁਨੀਆ ਵਿੱਚ ਗੁਰੂ ਵਾਲੇ ਬਣ ਨਹੀਂ ਆਏ ਆ। ਜੇ ਇੱਥੋਂ ਗੁਰੂ ਵਾਲੇ ਬਣ ਕੇ ਗੁਰੂ ਦੀ ਗੱਲ ਸੁਣ ਕੇ ਗੁਰੂ ਦੀ ਗੱਲ ਸਮਝ ਕੇ ਨਾ ਗਏ ਤੇ ਫਿਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਵਾਲੀ ਗੱਲ ਵਰਤ ਜਾਣੀ ਆ। ਵਿਚਾਰਾ ਇੱਥੇ ਰੋਕਦੇ ਆ, ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰ ਬਖਸ਼ਣ ਜੋਗੇ ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ